ਜਿਹੜੇ ਸਾਡੇ ਨੌਜਵਾਨ ਸੰਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਸਰਕਾਰ ਦੇ ਰਾਹੀਂ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਰਵਾਇਆ ਗਿਆ। ਬਾਦਲ ਸਾਹਿਬ ਆਪਣੀਆਂ ਫੋਟੋਆਂ ਨਹੀਂ ਲਵਾ ਰਹੇ ਕਿਉਂ ਕਰਕੇ ਲੋਕਾਂ ਨੇ ਪਾੜ ਦੇਣੇ ਸੀ ਪੋਸਟਰ। ਹੁਣ ਵਿੰਗੇ ਟੇਢੇ ਢੰਗ ਦੇ ਨਾਲ ਕਰ ਰਹੇ ਆ। ਹੋਰ ਉਹਨਾਂ ਦੇ ਕੋਈ ਇਸ਼ੂ ਹੈ ਨਹੀਂ। ਸਿੱਖਾਂ ਨੂੰ ਮਰਵਾਇਆ, ਬਲੂ ਸਟਾਰ ਇੰਦਰਾ ਗਾਂਧੀ ਨਾਲ ਮਿਲ ਕੇ ਕਰਾਇਆ, ਲੌਂਗੋਵਾਲ ਟੌੜੇ ਬਾਦਲ ਸਾਰਿਆਂ ਨੇ। ਮੇਰਾ ਖਿਆਲ ਗੁਰੂ ਸਾਹਿਬ ਤੋਂ ਮੈਂ ਮਾਫੀ ਮੰਗਦਾ ਜੇ ਮੈਂ ਕਹਾ ਕਿ ਅਜੇ ਸਾਡੇ ਮੁਕਾਬਲੇ ਦੇ ਵਿੱਚ ਆਇਆ ਨਹੀਂ ਕੋਈ। ਸੋ ਬੀਜੇਪੀ ਤੇ ਬਾਦਲ ਦਰਿਆ ਨੇ ਰਲ ਕੇ 10 ਸਾਲ ਬਹੁਤ ਸਮਗਲਿੰਗ ਪਾਕਿਸਤਾਨ ਤੋਂ ਕਰਾਈ ਹੈ। ਸਤਿਕਾਰਯੋਗ ਸੰਗਰੂਰ ਦੀ ਪ੍ਰੈਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਗੁਰਦੀਪ ਸਿੰਘ, ਸਰਦਾਰ ਬਹਾਦਰ ਸਿੰਘ, ਈਸਰੂ ਸਾਹਿਬ, ਲੋਕ ਲਹਿਰ ਦੇ ਨੁਮਾਇੰਦੇ ਸਾਰੇ ਇੱਥੇ ਆਏ ਹੈ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਇਹਨਾਂ ਨੇ ਸਾਡੀ ਇਮਦਾਦ ਕੀਤੀ ਹੈ ਔਰ ਪ੍ਰੈਸ ਅੱਗੇ ਬੇਨਤੀ ਵੀ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਪੰਥ ਅੱਜ ਪਾਰਲੀਮੈਂਟ ਦੇ ਵਿੱਚ ਨਹੀਂ ਹੈ, ਪੰਥ ਅੱਜ ਅਸੈਂਬਲੀ ਦੇ ਵਿੱਚ ਨਹੀਂ ਹੈ ਤੇ ਪੰਥ ਦੀ ਮਜਬੂਰੀ ਹੈ ਕਿ ਅਸੀਂ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਜਾਈਏ ਤੇ ਜਿਹੜੇ ਸਾਡੇ ਮਸਲੇ ਹੈਗੇ ਹੈ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹਦੇ ਇਲੈਕਸ਼ਨ 11 ਸਾਲ ਤੋਂ ਨਹੀਂ ਹੋਏ ਉਹ ਕਰਾਈਏ। ਜਿਹੜੇ ਸਾਡੇ ਨੌਜਵਾਨ ਸੰਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਸਰਕਾਰ ਦੇ ਰਾਹੀਂ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਰਵਾਇਆ ਗਿਆ, ਉਹਦੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਕਰੀਏ ਕਿਉਂ ਕਰਕੇ ਇਹ ਸਾਰੇ ਮੁੱਦੇ ਹੈਗੇ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਹੋ ਸਕਦੇ ਹੈ। ਦੂਸਰੀ ਗੱਲ ਹੈ ਕਿ ਜਿਹੜਾ ਮੋਦੀ ਸਰਕਾਰ ਨੇ, RSS ਨੇ ਪੈਗੰਬਰ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ, ਉਹਦੇ ਬਾਰੇ ਅਸੀਂ ਖੰਡਨ ਕੀਤਾ। ਪਰ ਗੱਲ ਇਹ ਹੈ ਕਿ ਜਿਹੜੇ ਮੁਸਲਮਾਨ ਮੁਲਕ ਹੈਗੇ ਹੈ ਉਹਦੇ ਵਿੱਚ ਕਹਿੰਦੇ ਹੈ ਕਿ ਇੰਡੀਅਨਸ ਨੇ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ। ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਅਨਸ ਨੂੰ ਤੁਸੀਂ ਸਮਝੋ ਜਿਹੜੇ ਵੱਧ ਗਿਣਤੀ ਹਿੰਦੂ ਹੈਗੇ ਹੈ, ਉਹਨਾਂ ਦੇ ਵਿੱਚ ਸਿੱਖ ਨਹੀਂ। ਸਿੱਖ ਇੱਕ ਅਲੱਗਾ ਕੌਮ ਹੈ, ਇੱਕ ਅਲੱਗਾ ਮਜ਼ਹਬ ਹੈ ਤੇ ਅਸੀਂ ਸਾਰੇ ਮਜ਼ਹਬਾਂ ਦੀ ਪੂਰੀ ਇੱਜ਼ਤ ਕਰਦੇ ਹਾਂ ਤੇ ਮਾਣ ਕਰਦੇ ਹਾਂ। ਤੇ ਸਾਡੀ ਪਾਰਟੀ ਜਦੋਂ ਬੱਬਰੀ ਮਸਜਿਦ ਗਿਰਾਈ ਗਈ ਹੈ, ਸ਼ਹੀਦ ਕੀਤੀ ਹੈ, ਅਸੀਂ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਹੈਗੀਆਂ। ਜਿੱਥੇ ਵੀ ਕਤਲੇਆਮ ਕਸ਼ਮੀਰੀਆਂ ਦੀ ਹੋ ਰਹੀ ਹੈ ਉੱਥੇ ਵੀ ਅਸੀਂ ਜਾ ਕੇ ਪਤਾ ਲਿਆ। ਜਿੱਥੇ ਜਿੱਥੇ ਜ਼ੁਲਮ ਹੁੰਦੇ ਹੈ ਅੱਜ ਬੁਲਡੋਜ਼ਰਾਂ ਦੇ ਨਾਲ ਜਿਹੜੇ ਮੁਸਲਮਾਨ ਆਪਣਾ ਗੁੱਸਾ ਕੱਢ ਰਹੇ ਹੈ ਮੁਹੰਮਦ ਸਾਹਿਬ ਦੇ ਬਾਰੇ। ਪ੍ਰਯਾਗ ਦੇ ਵਿੱਚ ਬੀਜੇਪੀ ਸਰਕਾਰ ਨੇ ਉਹਨਾਂ ਦੇ ਘਰ ਬੁਲਡੋਜ਼ਰਾਂ ਦੇ ਨਾਲ ਢਾਤੇ ਹੈ। ਜਿਹੜੇ ਗਰੀਬ ਮੁਸਲਮਾਨਾਂ ਦੀਆਂ ਬਸਤੀਆਂ ਯੂਪੀ, ਮੱਧ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੇ ਵਿੱਚ ਹੈ, ਉਹ ਵੀ ਬੀਜੇਪੀ ਸਰਕਾਰਾਂ ਨੇ ਬੁਲਡੋਜ਼ਰਾਂ ਦੇ ਨਾਲ ਬਿਲਕੁਲ ਪੱਧਰੀਆਂ ਕਰ ਦਿੱਤੀਆਂ ਹੈਗੀਆਂ। ਅੱਜ ਇੱਥੇ ਧਰਮ ਨਿਰਪੱਖਤਾ ਨਹੀਂ ਹੈ। ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਹੋਣ ਵਾਲੀਆਂ, ਸਾਡੇ ਬੰਦੀਆਂ ਦੀ ਗੱਲ ਹੋਣ ਵਾਲੀ ਹੈ ਜਿਹੜੇ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਗਏ ਹੈ। ਅਜੇ ਤੱਕ 1984 ਦਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਨੇ ਅਟੈਕ ਕੀਤਾ, ਉਹਦੀ ਮਾਫੀ ਇੰਡੀਆ ਦੀ ਪਾਰਲੀਮੈਂਟ ਨੇ ਅਜੇ ਤੱਕ ਨਹੀਂ ਮੰਗੀ।
ਇਹ ਜਿਹੜੇ ਮਸਲੇ ਸਿੱਖ ਕੌਮ ਦੇ ਉੱਤੇ ਜਬਰਦੇ ਹੈ, ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਪ੍ਰਕਾਸ਼ ਕਰਨ ਦੀ ਲੋੜ ਬਹੁਤ ਜ਼ਰੂਰੀ ਹੈ ਕਿ ਪਾਰਲੀਮੈਂਟ ਸਿੱਖ ਕੌਮ ਤੋਂ ਮਾਫੀ ਮੰਗੇ, ਜਿਵੇਂ ਜਾਪਾਨ ਦੀ ਪਾਰਲੀਮੈਂਟ ਨੇ ਤੇ ਜਰਮਨ ਦੀ ਪਾਰਲੀਮੈਂਟ ਨੇ ਯਹੂਦੀਆਂ ਤੋਂ ਮਾਫੀ ਮੰਗੀ ਹੈ, ਔਰ ਜਿਨ੍ਹਾਂ ਦੇ ਉੱਤੇ ਜੁਰਮ ਕੀਤੇ ਹੈ ਕਿ ਸਾਨੂੰ ਦੂਜੇ ਦੁਨੀਆ ਦੇ ਜੰਗ ਦੇ ਵਿੱਚ ਜਾਪਾਨ ਨੂੰ ਤੇ ਜਰਮਨ ਨੂੰ ਇਹੋ ਜਿਹੇ ਮਨੁੱਖੀ ਜੁਰਮ ਨਹੀਂ ਸੀ ਕਰਨੇ ਚਾਹੀਦੇ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਸਾਰੀਆਂ ਗੱਲਾਂ ਹੋਣ ਵਾਲੀਆਂ ਹੈਗੀਆਂ ਦਲੀਲ ਦੇ ਨਾਲ। ਜੇ ਦਲੀਲ ਦੇ ਨਾਲ ਪਾਰਲੀਮੈਂਟ ਦੇ ਵਿੱਚ ਬੰਦੀ ਕੋਈ ਛਡਾ ਸਕਦਾ ਹੈ ਤਾਂ ਮੈਨੂੰ ਉਹਦਾ ਕੋਈ ਇਤਰਾਜ਼ ਨਹੀਂ। ਮੇਰਾ ਰਿਕਾਰਡ ਹੈ ਕਿ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ ਉਸ ਵੇਲੇ ਭੁੱਲਰ ਸਾਹਿਬ ਨੂੰ ਫਾਂਸੀ ਦੇ ਆਰਡਰ ਆ ਗਏ ਸੀਗੇ। ਮੈਂ ਬੇਨਤੀ ਕੀਤੀ ਬਾਦਲ ਸਾਹਿਬ ਨੂੰ, ਢੀਂਡਸਾ ਸਾਹਿਬ ਨੂੰ, ਟੋੜਾ ਸਾਹਿਬ ਨੂੰ ਕਿ ਤੁਸੀਂ ਆਓ ਪਾਰਲੀਮੈਂਟ ਦੇ ਵਿੱਚ ਅਸੀਂ ਹੋਮ ਮਿਨਿਸਟਰ ਅਡਵਾਨੀ ਸਾਹਿਬ ਨੂੰ ਮਿਲੀਏ ਤੇ ਉੱਥੇ ਜਾ ਕੇ ਇਹਦੀ ਫਾਂਸੀ ਦਾ ਹੁਕਮ ਰੱਦ ਕਰਾਈਏ। तो मेरा कहने का पता है, कहने का मतलब है कि मैनू सारे राह आउंदे है कि कित्थे कित्थे जाना। तो सुप्रीम कोर्ट ने भी भुल्लर साहब की फांसी दे विच बहुत अन्याय कीता सीगा। जिहड़ा मुख जज सीगा, 3 मैंबर बेंच सीगा, 3 जज सीगे, एक मुसलमान सीगा जिहड़ा बेंच का मुखी सीगा, 2 जज सी जो साडे हिंदू भरा सीगे। जिहड़ा चीफ जज मुसलमान सी उसने भुल्लर साहब नूं बिल्कुल जड़ों रिहा करता, कहंदा कड्डो चाबियां लाहो इहदियां हथकड़ियां ते जाए। पर जिहड़े दूजे 2 जज सीगे उन्हां ने फांसी दे हुक्म करते। हुण फांसी दे हुक्म ते उत्ते तिन्ने जजां दी एक सलाह होनी चाहीदी है, पर 2 जजां दी सलाह दे उत्ते फांसी दे ऑर्डर करने ਅਸੀਂ ਸਮਝਦੇ ਹਾਂ कि ये मतस्वी ऑर्डर सीगे सुप्रीम कोर्ट दे, जिहदे खिलाफ असी अज तक लड़ते रहे हैं। तो इस तरह राजोवाल साहब नूं जदों फांसी दे हुक्म होए सीगे, आ बैठे है जसकरण सिंह जी, असी 2 महीने बठिंडे जेल दे विच कैद कट्टी है। उदों राज कर रहे सीगे बादल साहब, ते बादल साहब दे वेले राजोवाल साहब दी फांसी दे खिलाफ असी मुजाहरे कर रहे सीगे। उस वेले सुखबीर सिंह ते बादल साहब ने सानू फड़ के 2 महीने बठिंडे की जेल दे विच दिता सीगा। अज जे नवा प्यार उन्हां नू चढ़िया होया है राजोवाल साहब दा, पर याद करन कि फिर असी जे ਇਹਦੇ दुखी होए हुए सी, सानू जेल दिती 2014 ਦੇ ਵਿੱਚ ਇਹੀ ਬੀਬੀ ਜੀ ਨੇ इलैक्शन पटियाले तो लड़े है। इन्हों बादलों ने अपनी टिकट नहीं दी तो उत्थे एक ढिल्लों साहब नूं तकड़ी का निशान दे के उत्थे इलैक्शन लड़ाए गए है। ये जिहड़ा नवा प्यार बादलों दे विच उभरिया है, ये बिल्कुल बनौटी है तो इहदा इह लोकां नूं बिल्कुल असर नहीं होना चाहिए। जे बंदी छडाउणे है बरगाड़ी दे विच अज 340 दिनों तो साडी पार्टी का मोर्चा चली जाता है। रोज़ 15 सिंह सिगड़ियाँ गिरफ्तारियां दे रहे हैं। सो मेरा मतलब है कि असी लड़ी जाते हैं। जे मैनू तुसी पार्लीमेंट दे विच भेजोगे तो मैनू पता है किहड़े दरवाजे विचों किनू मिल के ते राजोवाणी साहब ते बाकी जिहड़े 30 बंदी हैं उन्हां नूं किवें मुक्त कराउणा है। मैं ये भी पार्लीमेंट दे विच कहूँगा कि जदों गुरु हरगोबिंद साहब नूं ग्वालियर की कैद होई सीगी ते उन्हां दी रिहाई जहांगीर बादशाह ने करती सी, पर गुरु हरगोबिंद साहब ने कहा कि जिन्ना चेर 52 हिंदू राजे तुसी मेरे नाल रिहा नहीं करते उन्ना चेर मैं तुहाडी रिहाई नहीं लेनी। तो मेरा मतलब है उदों बाद 9वें पातशाह ने वो आप जनेऊ नहीं सी पहनते, पर क्यों करके 1.25 मन तोड़ के जनेऊ औरंगजेब तद रोटी खांदा सीगा।
ਉਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਹੈ। ਤੇ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਇਤਿਹਾਸ ਦਾ ਕਿ ਜੇ ਹਿੰਦੁਸਤਾਨ ਨੂੰ ਕਦੇ ਬਚਾਇਆ ਹੈਗਾ ਇਹ ਸਿੱਖ ਕੌਮ ਨੇ ਬਚਾਇਆ ਹੈ ਤੇ ਤੁਹਾਡੇ ਅੰਗ ਸੰਗ ਰਹੇ ਹੈ। ਤੇ ਹੁਣ ਤੁਸੀਂ ਬਿਲਕੁਲ ਉਹ ਚੀਜ਼ਾਂ ਨਾ ਭੁੱਲੋ, ਕਿਉਂ ਕਰਕੇ ਜੇ ਸਿੱਖਾਂ ਦੀ ਇਮਦਾਦ ਹਕੂਮਤ ਨੂੰ ਖਤਮ ਹੋ ਗਈ ਤਾਂ ਫਿਰ ਤੁਸੀਂ ਗੁਲਾਮ ਹੋ ਜਾਓਗੇ। ਕਿਉਂ ਕਰਕੇ 2020 ਦੇ ਵਿੱਚ ਚੀਨ ਲਦਾਖ ਦੇ ਵਿੱਚ 900 ਸਕੁਅਰ ਕਿਲੋਮੀਟਰ ਹੋਰ ਕਬਜ਼ਾ ਕਰ ਗਿਆ। 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਲਦਾਖ ਦਾ ਕਬਜ਼ਾ ਕਰ ਗਿਆ। ਸਿੱਖ ਨੂੰ ਕਿਉਂ ਲਦਾਖ ਪਿਆਰਾ ਹੈ? ਕਿਉਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ 1834 ਦੇ ਵਿੱਚ ਫਤਿਹ ਕੀਤਾ ਸੀ ਤੇ ਲਾਹੌਰ ਦਰਬਾਰ ਸਿੱਖ ਰਾਜ ਦੇ ਨਾਲ ਜੋੜਿਆ ਸੀ। ਇਹ ਸਾਡਾ ਰਾਜ ਹੈ ਜਿਹਦੇ ਪਿੱਛੇ ਅਸੀਂ ਵੀ ਕਹਿੰਦੇ ਹਾਂ ਕਿ ਹਿੰਦੂਤਵਾ ਤੋਂ ਆਪਣੇ ਬਾਰਡਰ ਕਿਉਂ ਨਹੀਂ ਸਾਂਭੇ ਜਾਂਦੇ। ਇਹ ਸਾਰੀਆਂ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਕਰਨ ਵਾਲੀਆਂ। ਜੇ ਹੋਰ ਕੋਈ ਇੱਥੇ ਮੇਰੇ ਨਾਲ ਦਾ ਖੜਾ ਇਹ ਗੱਲਾਂ ਕਰ ਲੂਗਾ ਤਾਂ ਫਿਰ ਆਪਾਂ ਦੇਖ ਲੈਂਦੇ ਹਾਂ ਕਿ ਜੇ ਇਹ ਸਾਰੀਆਂ ਗੱਲਾਂ ਸਿੱਖ ਕੌਮ ਦੀਆਂ ਕਰ ਸਕਦਾ। ਮਾਨ ਸਾਹਿਬ, ਪੋਸਟਰ ਦੇ ਉੱਤੇ ਜਿਹੜੇ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਨੇ ਆਪਣੀਆਂ ਫੋਟੋਆਂ ਨਹੀਂ ਲਗਾਈਆਂ ਜਾ ਰਹੀਆਂ, ਸਿਰਫ ਰਾਜੋਆਣਾ ਜੀ ਤੇ ਉਹਨਾਂ ਦੀ ਸਿਸਟਰ ਦੀ ਫੋਟੋ ਲਗਾਈ ਜਾ ਰਹੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਰਾਜੋਆਣਾ ਸਾਹਿਬ ਨੇ ਸਮਰਥਨ ਕਿਉਂ ਦਿੱਤਾ ਜੀ ਉਹਨਾਂ ਨੂੰ? ਇਹ ਬਾਦਲ ਸਾਹਿਬ ਆਪਣੀਆਂ ਫੋਟੋਆਂ ਨਹੀਂ ਲਵਾ ਰਹੇ ਕਿਉਂ ਕਰਕੇ ਲੋਕਾਂ ਨੇ ਪਾੜ ਦੇਣੇ ਸੀ ਪੋਸਟਰ। ਜਿੱਦਣ ਮੇਰੇ ਘਰ ਆਏ ਹੈ ਸੁਲਹ ਕਰਨ ਨੂੰ, ਰੱਬ ਦਾ ਸ਼ੁਕਰ ਹੈ ਕਿ ਮੈਂ ਕਹਿਤਾ ਇਸ ਤਰ੍ਹਾਂ ਸੁਲਹ ਨਹੀਂ ਹੁੰਦੀ, ਨਹੀਂ ਤਾਂ ਤੁਸੀਂ ਜਿਹੜੀ ਇਹ ਫੇਸਬੁੱਕਾਂ ਉਹ ਤਾਂ ਭਰੀਆਂ ਹੋਈਆਂ ਸੀਗੀਆਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਕੀ ਹੋ ਗਿਆ, ਇਹਦਾ ਨਵਾਂ ਪਿਆਰ ਕਿਵੇਂ ਬਾਦਲਾਂ ਨਾਲ ਪੈ ਗਿਆ। ਸੋ ਮੇਰਾ ਮਤਲਬ ਹੈ ਕਿ ਜੇ ਬਾਦਲਾਂ ਦੀ ਤੇ ਸੁਖਬੀਰ ਦੀ ਫੋਟੋ ਇਸ਼ਤਿਹਾਰ ਦੇ ਉੱਤੇ ਪੈ ਜੂਗੀ ਤੇ ਉਹ ਲੋਕ ਐ ਲੀਰਾਂ ਕਰ ਦੇਣਗੇ ਉਹਨਾਂ ਨੂੰ। ਇਸ ਕਰਕੇ ਬਾਦਲ ਸਾਹਿਬ ਦੇ ਸ਼ਕਲ ਜਾਂ ਸੁਖਬੀਰ ਸਿੰਘ ਦੀ ਸ਼ਕਲ ਉੱਥੇ ਨਹੀਂ ਹੈ, ਪਰ ਬਾਦਲ ਸਾਹਿਬ ਬਿਮਾਰ ਹੈ। ਅਸੀਂ ਰੱਬ ਕੋਲੇ ਅਰਦਾਸ ਕਰਦੇ ਹਾਂ ਕਿ ਉਹ ਠੀਕ ਹੋ ਜਾਣ। ਤੁਹਾਨੂੰ ਲੱਗਦਾ ਵੀ ਪਰਮਿਟ ਕਰ ਰਹੇ ਨੇ ਲੋਕਾਂ ਨੂੰ, ਜੇਕਰ ਪੰਥ ਦੀ ਵੋਟ ਲੈਣ ਦੀ ਗੱਲ ਕਰ ਰਹੇ ਨੇ ਉਹ ਤੇ ਹੁਣ ਵਿੰਗੇ ਟੇਢੇ ਢੰਗ ਦੇ ਨਾਲ ਕਰ ਰਹੇ ਆ। ਹੋਰ ਉਹਨਾਂ ਦੇ ਕੋਲ ਇਸ਼ੂ ਹੈ ਨਹੀਂ। ਸਿੱਖਾਂ ਨੂੰ ਮਰਵਾਇਆ, ਬਲੂ ਸਟਾਰ ਇੰਦਰਾ ਗਾਂਧੀ ਨਾਲ ਮਿਲ ਕੇ ਕਰਾਇਆ, ਲੌਂਗੋਵਾਲ ਟੌੜੇ ਬਾਦਲ ਸਾਰਿਆਂ ਨੇ। ਇਹ ਹੁਣ ਜ਼ਬਰਦਸਤੀ ਪੰਥ ਦੇ ਜਜ਼ਬਾਤਾਂ ਦੇ ਵਿੱਚ ਵੜਨਾ ਚਾਹੁੰਦੇ ਹੈ, ਟੇਢੇ ਦਰਵਾਜ਼ੇ ਵਿੱਚੋਂ ਦੀ, ਜਿਹੜਾ ਇਹ ਉਹ ਦਰਵਾਜ਼ਾ ਬੰਦ ਕਰ ਦਿੱਤਾ। ਤੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਜੀ, ਕੱਲ ਰਾਜਾ ਵੜਿੰਗ ਨੇ ਉਹ ਪੋਸਟ ਫੋਟੋ ਵੀ ਲਗਾ ਰਹੇ ਨੇ ਆਪਣੇ ਤੇ, ਕਾਂਗਰਸ ਪਾਰਟੀ ਨਾਲ ਉਹ ਜੁੜੇ ਹੋਏ ਸੀਗੇ। ਸਿੱਧੂ ਮੂਸੇਵਾਲੇ ਜੀ ਨੇ ਤੁਹਾਨੂੰ ਸਮਰਥਨ ਕੀਤਾ ਸੀਗਾ, ਕਿਵੇਂ ਦੇਖਦੇ ਹੋ ਵੀ ਇਸ ਤੇ ਰਾਜਨੀਤੀ ਹੋ ਰਹੀ ਹੈ? ਮੇਰਾ ਖਿਆਲ ਹੈ ਜੀ ਆਪਾਂ ਉਹ ਚੀਜ਼ ਕਾਂਗਰਸ ਜੋ ਸਮਝਦੀ ਹੈ ਕਿ ਉਹਨਾਂ ਦੀ ਜਿੱਤ ਹੋ ਜੂ। ਮੂਸੇਵਾਲ ਸਾਹਿਬ ਪੂਰੇ ਪੰਥਕ ਸੀਗੇ, ਉਹਨਾਂ ਦੀ ਬਾਂਹ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਟੈਟੂ ਲੱਗਿਆ ਹੋਇਆ ਸੀਗਾ। ਜਿਹੜੀ ਉਹਨਾਂ ਨੇ ਟਰੋਲੀ ਬਣਵਾਈ ਸੀਗੀ ਉਹਦੇ ਉੱਤੇ AK-47 ਬੜੀਆਂ ਘੱਟ ਕੇ ਲੱਗੀਆਂ ਹੋਈਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮਾਨ ਸਾਹਿਬ ਮੈਂ ਆਪਣੀ ਨਵੀਂ ਟਰੋਲੀ ਜਿਹੜੀ ਬਣਵਾਈ ਹੈ ਤੇ ਆਪਣਾ ਟਰੈਕਟਰ ਹੈ, ਤੁਹਾਨੂੰ ਮਸਤੂਆਣੇ ਤੋਂ ਆਪਣੀ ਟਰੋਲੀ 'ਚ ਚਾੜ ਕੇ ਤੁਹਾਡੇ ਕਾਗਜ਼ DC ਦੇ ਭਰਾ ਕੇ ਆਉਣੇ ਹੈ। ਸੋ ਹੁਣ ਤੁਸੀਂ ਦੱਸੋ ਕਿ ਉਹ ਕਿੱਧਰਲੇ ਪਾਸੇ ਸੀਗੇ। ਉਹ ਸਾਰੀਆਂ ਰਿਕਾਰਡਡ ਚੀਜ਼ਾਂ। ਉਹਨਾਂ ਨੇ ਕਿਹਾ ਸੀਗਾ ਕਿ ਹੁਣ ਬਾਪੂ ਮੈਨੂੰ ਮਿਲਣ ਕਦੋਂ ਆਏਗਾ। ਅਗਲੇ ਦਿਨ ਮੈਂ ਚਲਿਆ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਾਰ ਦਿੱਤਾ ਗਿਆ ਤੇ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਕਿਹਾ, ਲੋਕਾਂ ਨੂੰ ਕਿਹਾ ਕਿ ਮੈਂ ਤਾਂ ਆ ਗਿਆ, ਬਾਪੂ ਤਾਂ ਆ ਗਿਆ, ਪਰ ਉਹ ਤਾਂ ਚਲਿਆ ਗਿਆ। ਪਰ ਤੁਸੀਂ ਵੀ ਸਮਝਦੇ ਵੀ ਫੋਟੋ ਲਾ ਕੇ ਉਹ ਕਰ ਰਹੇ ਨੇ, ਕਾਂਗਰਸ ਨੂੰ ਕੁਝ ਕਹਿਣਾ ਚਾਹੋਗੇ ਜੀ? ਇਹ ਲੋਕ ਬਹੁਤ ਹੁਸ਼ਿਆਰ ਹੈ ਜੀ, ਸਾਰੇ ਸਮਝਦੇ ਆ ਕੀ ਚੀਜ਼ ਹੋ ਰਹੀ ਹੈ। ਉਹਦੇ ਬਾਰੇ ਜਿੰਨੀਆਂ ਮਰਜ਼ੀ ਫੋਟੋਆਂ ਲਾ ਲੈਣ। ਹੁਣ ਜੇ ਬਾਦਲ ਸਾਹਿਬ ਦੀ ਨਹੀਂ ਲੱਗ ਸਕਦੀ ਤੇ ਮੂਸੇਵਾਲ ਸਾਹਿਬ ਦੀ ਤਾਂ ਸਾਡੇ ਦਿਲ ਦੇ ਉੱਤੇ ਚੜ੍ਹੀ ਹੋਈ ਹੈ, ਸਾਰੇ ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ, ਤੇ ਉਹਨੂੰ ਕੌਣ ਲਾ ਸਕਦਾ? ਹੁਣ ਕਾਂਗਰਸ ਲਾ ਨਹੀਂ ਸਕਦੀ ਉਸ ਨੂੰ। ਕਿਹੜੀ ਧਿਰ ਨਾਲ ਲੜਾਈ ਬਣ ਕੇ ਚੱਲ ਰਹੀ ਹੈ ਕਿਉਂਕਿ 10 ਦਿਨ ਹੈਗੇ ਤੋਂ ਮੇਨ ਕਿਹੜੀ ਧਿਰ ਨਾਲ ਟੱਕਰ ਬਣ?
मेरा ख्याल गुरु साहब तो मैं माफ़ी मंगदा जे मैं कहा कि अजे साडे मुकाबले दे विच आया नहीं कोई। जे तुहानूं पता है किसी का, क्यों करके किसी की भी कांग्रेस की, बीजेपी, आम आदमी पार्टी, किसी की मुहिम अजे चालू नहीं हुई। पिंडां दे विच पोस्टर जरूर ला दिते गए है पर इकट्ठ नहीं हो रहे, कोई उन्हां दी मीटिंग च जा नहीं रहा हैगा। ये मेरी इतलाह है, बाकी प्रेस नूं ज़्यादा पता होगा कि कितनी तेज़ है। प्रेस दस सकती है लोगों को कि वो किन्ने कुछ पानी च हैगे है। सर बीजेपी ਜਿਹੜੀ ਲੋਕਾਂ 'ਚ ਲੈ ਕੇ ਜਾ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਾ ਰਹੀ ਹੈ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਾ ਰਹੀ ਹੈ ਵੀ ਪੰਜਾਬ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਤੇ ਉਹ ਸੈਂਟਰ ਹੀ ਹੱਲ ਕਰ ਸਕਦੀ ਹੈ। ਜਿਵੇਂ ਏਅਰਪੋਰਟ ਦੀ ਗੱਲ ਕੀਤੀ, ਜਿੱਥੇ ਵੀ ਗੱਲ ਹੋ ਰਹੀ ਹੈ ਲਾਅ ਐਂਡ ਦੀ ਸਥਿਤੀ ਨੂੰ ਲੈ ਕੇ ਪ੍ਰੋਟੈਸਟ ਵੀ ਹੋ ਰਹੇ ਨੇ ਸੰਗਰੂਰ ਦੇ ਵਿੱਚ, ਪੂਰੇ ਪੰਜਾਬ 'ਚ। ਤੁਹਾਨੂੰ ਪਤਾ ਹੈ ਬੀਜੇਪੀ ਦੇ ਪ੍ਰਧਾਨ ਫਿਰੋਜ਼ਪੁਰ ਦੇ ਸ਼ਰਮਾ ਸਾਹਿਬ ਸੀਗੇ। ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀਗੀ, ਉਹਨਾਂ ਦਾ ਜਿਹੜਾ ਸਕੱਤਰ ਸੀਗਾ ਉਹ ਫੜਿਆ ਗਿਆ ਸੀਗਾ ਨਸ਼ੇ ਮੰਗਾਉਂਦਾ ਪਾਕਿਸਤਾਨ ਤੋਂ। ਤੇ ਫਿਰ ਬਾਦਲ ਸਾਹਿਬ ਨੇ ਕੀ ਕੀਤਾ, ਸ਼ਰਮਾ ਸਾਹਿਬ ਪ੍ਰਧਾਨ ਜਿਹੜੇ ਬੀਜੇਪੀ ਦੇ ਸੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਿਹੜਾ ਐਸਐਸਪੀ ਫਿਰੋਜ਼ਪੁਰ ਦਾ ਸੀਗਾ ਹਰਦਿਆਲ ਸਿੰਘ ਮਾਨ, ਹਰਦਿਆਲ ਸਿੰਘ ਮਾਨ ਦਾ ਤਬਾਦਲਾ ਕਰਤਾ ਸੀਗਾ। ਸੋ ਬੀਜੇਪੀ ਤੇ ਬਾਦਲ ਦਰਿਆ ਨੇ ਰਲ ਕੇ 10 ਸਾਲ ਬਹੁਤ ਸਮਗਲਿੰਗ ਪਾਕਿਸਤਾਨ ਤੋਂ ਕਰਾਈ ਹੈ। ਤੇ ਇਹਨਾਂ ਨੇ ਉਹ ਜਿਹੜਾ ਐਸਪੀ ਬਾਰਡਰ ਦੇ ਉੱਤੇ ਗਿਆ ਸੀਗਾ, ਉਹ ਛੁੱਟੀ ਦੇ ਉੱਤੇ ਸੀਗਾ, ਉਹ ਸਰਕਾਰੀ ਗੱਡੀ ਲੈ ਕੇ ਬਾਰਡਰ ਤੇ ਫੜਿਆ ਗਿਆ ਸੀ ਜਦੋਂ ਪਾਕਿਸਤਾਨ ਨੇ ਫੌਜੀ ਹਵਾਈ ਅੱਡੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਸੀ। ਪਰ NIA ਨੇ ਉਹ ਐਸਪੀ ਨੂੰ ਚਲਾਨ ਨਹੀਂ ਕੀਤਾ ਤੇ ਉਹਦੇ ਕੋਲੇ ਜਵਾਰੀ ਵੀ ਨਾਲ ਸੀਗਾ ਤੇ ਉਹਦਾ ਲਾਂਗਰ ਵੀ ਨਾਲ ਸੀਗਾ। ਜਵਾਰੀ ਕਿਉਂ ਲੈ ਕੇ ਗਿਆ ਸੀ ਐਸਪੀ? ਉਹ ਗੁਰਦਾਸਪੁਰ ਤਾਇਨਾਤ ਨਹੀਂ ਸੀ, ਉਹ ਛੁੱਟੀ ਤੇ ਸੀ, ਪਰ ਉਹ ਸਰਕਾਰੀ ਗੱਡੀ ਲੈ ਕੇ ਗਿਆ ਸੀ। ਉਹ NIA ਨੇ ਉਹਦਾ ਚਲਾਨ ਨਹੀਂ ਕੀਤਾ। ਕਿਉਂ ਕਰਕੇ ਇਹ ਸਾਰੇ ਬੀਜੇਪੀ ਤੇ ਬਾਦਲ ਦਲੀਏ ਰਲੇ ਹੋਏ ਸੀਗੇ ਇਸ ਸਮਗਲਿੰਗ ਦੇ ਵਿੱਚ। ਜਿੰਨੇ ਵੀ ਮੈਂ ਰਿਪੋਰਟ ਲਿਖਤੀ ਤੌਰ ਤੇ ਦਿੱਤੀ ਹੈ ਕਿ ਜਿੰਨੇ ਵੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ MLA ਹੈਗੇ ਹੈ, ਇਹਨਾਂ ਦੀ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਕੋਲੇ ਪਹਿਲਾਂ ਕਿੰਨਾ ਧਨ ਸੀਗਾ, 10 ਸਾਲਾਂ ਦੇ ਬਾਅਦ ਇਹਨਾਂ ਦੀ ਸੰਪਤੀ ਕਿੰਨੀ ਵਧੀ ਹੈ। ਇਹ ਲਿਖ ਕੇ ਦਿੱਤਾ ਹੈ। ਜਿਹੜੀ ਆਲ ਪਾਰਟੀ ਮੀਟਿੰਗ ਉਹਨਾਂ ਨੇ ਕਰਾਈ ਸੀ ਚੀਫ ਮਿਨਿਸਟਰ ਚੰਨੀ ਸਾਹਿਬ ਦੇ ਵਿੱਚ ਨੇ, ਉਹਦੇ ਵਿੱਚ ਸਾਡੇ ਭਗਵੰਤ ਜੀ ਵੀ ਹਾਜ਼ਰ ਸੀਗੇ। ਉਹਨਾਂ ਨੇ ਵੀ ਦੇਖਿਆ ਕਿ ਮੈਂ ਦਸਤਾਵੇਜ਼ ਦੇ ਰਿਹਾ ਕਿ ਅਸੀਂ ਪਹਿਲਾਂ ਸਰਕਾਰ ਨੂੰ ਲਿਖਦੇ ਆ ਰਹੇ ਹਾਂ ਤੇ ਜੇ ਭਗਵੰਤ ਜੀ ਚਾਹੁਣ ਹੁਣ ਉਹ ਸਾਰੇ ਦਸਤਾਵੇਜ਼ ਕਢਾ ਕੇ ਪਤਾ ਲੈ ਸਕਦੇ ਆ ਕਿ ਕਿੰਨੀ ਹੈਰੋਇਨ, ਕਿੰਨਾ ਅਸਲਾ ਉਹਨਾਂ ਦਿਨਾਂ ਦੇ ਵਿੱਚ ਆਇਆ। ਹੁਣ BSF ਨੂੰ ਸਰਕਾਰ ਜ਼ਿਆਦਾ ਪਾਵਰ ਦੇ ਰਹੀ ਹੈ, ਉਹਨਾਂ ਨੂੰ 50 ਕਿਲੋਮੀਟਰ ਅੰਦਰ ਦੀ ਰੱਖਿਆ ਦੀ ਡਿਊਟੀ ਦੇ ਦਿੱਤੀ ਹੈ, ਜਿਹਦਾ ਮਤਲਬ ਹੈ ਕਿ ਬਾਰਡਰ ਦੀ ਸਿਕਿਉਰਿਟੀ ਕਮਜ਼ੋਰ ਹੋ ਗਈ ਹੈ ਔਰ ਇਸ ਕਰਕੇ ਨਸ਼ਾ ਤੇ ਬਰੂਦ ਤੇ ਅਸਲਾ ਬਹੁਤ ਤਾਦਾਦ ਦੇ ਵਿੱਚ ਅੰਦਰ ਆਉਣ ਲੱਗ ਪਿਆ। BSF ਦਾ ਇਲਾਕਾ ਪੰਜਾਬ ਦੇ ਅੰਦਰ ਕਰਨ ਦੇ ਲਈ ਇਹ ਕੀਤਾ ਹੈ ਕਿ ਸਿੱਖਾਂ ਦੇ ਉੱਤੇ ਇਤਬਾਰ ਹੈ ਨਹੀਂਗਾ ਗਵਰਨਮੈਂਟ ਆਫ ਇੰਡੀਆ ਦਾ ਤੇ ਹਿੰਦੂਤਵਾ ਦਾ। ਇਸ ਕਰਕੇ BSF ਦੀ ਜੂਰਿਸਡਿਕਸ਼ਨ ਪੰਜਾਬ ਦੇ ਵਿੱਚ ਜ਼ਿਆਦਾ ਵਧਾ ਦਿੱਤੀ ਗਈ ਹੈ। ਜਿਵੇਂ ਕਸ਼ਮੀਰ ਦੇ ਵਿੱਚ ਕਰ ਰਹੀ ਹੈ ਸਰਕਾਰ, ਉਸੇ ਤਰ੍ਹਾਂ ਇਹਦੀ ਪਲਾਨ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਪੂਰਾ ਕਬਜ਼ਾ ਕਸ਼ਮੀਰ ਵਰਗਨ ਕਰਕੇ ਇਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਚੰਡੀਗੜ੍ਹ ਤੋਂ ਇਹਦੇ ਤੇ ਰਾਜ ਕਰਨਾ। ਇਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਕੌਣ ਠੀਕ ਕਰੂਗਾ? ਸਟੇਟ ਕਰੂਗੀ, ਸੈਂਟਰ ਕਰੂਗੀ? ਕਿਉਂਕਿ ਇਹੀ ਪੋਲੀਟੀਕਲ ਮੁੱਦਾ ਬਣ ਚੁੱਕਿਆ ਹੈਗਾ, ਕਿਉਂਕਿ ਲੋਕਾਂ ਦੇ ਵਿੱਚ ਵੀ ਡਰ ਹੈ ਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਸਕਦਾ ਹੈਗਾ, ਤਾਂ ਬਾਕੀ ਲੋਕਾਂ ਦੇ ਵਿੱਚ ਡਰ ਹੈ ਵੀ ਕੀ ਸੋਚਦੇ, ਕੀ ਕਰਨਾ ਚਾਹੀਦਾ ਹੈਗਾ। ਇਹਦੇ ਬਾਰੇ ਮੈਂ ਤੁਹਾਨੂੰ ਦਲੀਲ ਦੇ ਨਾਲ ਜਵਾਬ ਦਊਂਗਾ ਕਿ ਤਿਹਾੜ ਜੇਲ੍ਹ ਸਭ ਤੋਂ ਜ਼ਿਆਦਾ ਵੱਡਾ ਸਿਕਿਉਰਿਟੀ ਦਾ ਜੇਲ੍ਹ ਹੈ ਇੰਡੀਆ ਦਾ। ਉਹ ਹੈਗਾ ਗਵਰਨਮੈਂਟ ਆਫ ਇੰਡੀਆ ਦੇ ਥੱਲੇ। ਉੱਥੋਂ ਸਾਰੀ ਇਨਫੋਰਮੇਸ਼ਨ IB ਨੂੰ ਮਿਲੀ ਕਿ ਜਿਹੜੇ ਬਿਸ਼ਨੋਈ ਸਾਹਿਬ ਹੈ
ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਹੈ ਕਿ ਮੂਸੇਵਾਲ ਸਾਹਿਬ ਨੂੰ ਕਤਲ ਕੀਤਾ ਜਾਵੇ। ਆਈਬੀ ਨੇ ਫਿਰ ਪੰਜਾਬ ਸਰਕਾਰ ਨੂੰ ਰਿਪੋਰਟ ਦਿੱਤੀ, ਫਿਰ ਦਿੱਲੀ ਪੁਲਿਸ ਨੇ ਅਲੱਗਾ ਪੰਜਾਬ ਨੂੰ ਰਿਪੋਰਟ ਦਿੱਤੀ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈਗਾ, ਪਰ ਪੰਜਾਬ ਸਰਕਾਰ ਨੇ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਘਟਾਤੀ। ਪਰ ਦੂਜੇ ਪਾਸੇ ਇਹ ਹੈ ਕਿ ਜਦੋਂ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈਗਾ, ਤੇ ਅਮਿਤ ਸ਼ਾਹ ਦੇ ਥੱਲੇ ਹੋਮ ਮਿਨਿਸਟਰੀ ਤੇ ਤਿਹਾਰ ਸਾਰੇ ਆਉਂਦੇ ਹੈ, ਤੇ ਜਿਹੜਾ ਹੋਮ ਸੈਕਟਰੀ ਹੈ ਉਹਦਾ ਨਾਂ ਕੀ ਹੈ, ਇਹ ਭੱਲਾ ਸਾਹਿਬ, ਇਹਨਾਂ ਨੇ ਡਾਇਰੈਕਟ ਐਕਸ਼ਨ ਕਿਉਂ ਨਹੀਂ ਲਿਆ ਤੇ ਕਿਉਂ ਨਹੀਂ ਤਾੜਨਾ ਦਿੱਤੀ ਪੰਜਾਬ ਨੂੰ ਕਿ ਇੱਕਦਮ ਤੁਸੀਂ ਮੂਸੇਵਾਲ ਸਾਹਿਬ ਦੀ ਰੱਖਿਆ ਤੇਜ਼ ਕਰ ਦਿਓ। ਇਹ ਇੱਕ ਸੈਂਟਰ ਸਟੇਟਸ ਨੂੰ ਡਾਇਰੈਕਸ਼ਨ ਦੇ ਸਕਦਾ, ਕਿੰਨੀ ਵਾਰੀ ਦਿੱਤੀ ਹੈ, ਪਰ ਐਤਕੀ ਵਾਰੀ ਇਹ ਭੱਲਾ ਸਾਹਿਬ ਤੇ ਅਮਿਤ ਸ਼ਾਹ ਜੀ ਨੇ ਕਿਉਂ ਨਹੀਂ ਕੀਤੀ। ਇਹ ਦੋਨੋਂ ਗੌਰਮੈਂਟਾਂ ਇਸ ਸਾਜ਼ਿਸ਼ ਦੇ ਵਿੱਚ ਫਸੀਆਂ ਹੋਈਆਂ, ਤੇ ਨਾਲ ਹੀ ਜਿਹੜਾ ਸੰਦੀਪ ਸਿੰਘ ਸਿੱਧੂ ਦਾ ਕਤਲ ਹੋਇਆ ਹੈ, ਉਹਦੇ ਵਿੱਚ ਵੀ ਸੈਂਟਰ ਦੀ ਮਰਜ਼ੀ ਤੋਂ ਬਗੈਰ ਇਹ ਸਿੱਧੂ ਸਾਹਿਬ ਦਾ ਕਤਲ ਨਹੀਂ ਸੀ ਹੋ ਸਕਦਾ। ਉਹ ਤਾਂ ਕਹਿੰਦੇ ਕੈਨੇਡਾ ਨਾਲ ਤਾਰ ਜੁੜੇ ਹੋਏ ਨੇ ਜੀ, ਮੰਨ ਲਓ ਉੱਥੇ ਬੈਠੇ ਨੇ ਉਹ ਕਰਵਾਉਂਦੇ ਨਾ, ਜੇ ਕੈਨੇਡਾ ਦੇ ਨਾਲ ਤਾਰ ਜੁੜੀ ਹੋਈ ਹੈ, ਇਹਨਾਂ ਨੂੰ ਤਾਂ ਪਤਾ ਹੈਗਾ ਨਾ, ਇਹ ਤਾਂ ਸੁਣਦੇ ਰਹੇ ਹੈ ਨਾ। ਮਤਲਬ ਇਹ ਹੈ ਕਿ ਇਹਨਾਂ ਨੇ ਉਸ ਦਾ ਕਤਲ ਕਿਉਂ ਨਹੀਂ ਸਾਂਭਿਆ, ਮੇਰਾ ਮਤਲਬ ਕਿਉਂ ਨਹੀਂ ਬੰਦ ਕੀਤਾ ਕਿ ਕਤਲ ਨਾ ਹੋਵੇ, ਜਦੋਂ ਇਹਨਾਂ ਦੇ ਕੋਲੇ ਕੈਨੇਡਾ ਦੀ ਵੀ ਇਨਫੋਰਮੇਸ਼ਨ ਸੀਗੀ ਕਿ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ ਹੈ, ਤਾਂ ਫਿਰ ਇਹਨਾਂ ਨੇ ਕਿਉਂ ਨਹੀਂ ਇੱਥੇ ਐਕਸ਼ਨ ਲਿਆ ਕਿ ਮੂਸੇਵਾਲ ਸਾਹਿਬ ਨੂੰ ਅਸੀਂ ਬਚਾ ਦਈਏ। ਰਾਜਾ ਵੜਿੰਗ ਜਿਸ ਤਰ੍ਹਾਂ ਬਿਆਨ ਦਿੰਦੇ ਨੇ ਜੀ ਤੁਹਾਡੇ ਖਿਲਾਫ ਵੀ ਜਾਂ ਕੋਈ ਚੀਜ਼ ਹੈ, ਤੇ ਉਦੋਂ ਮੂਸੇਵਾਲ ਸਾਹਿਬ ਤੁਹਾਡੇ ਨਾਲ ਬਾਅਦ ਦੇ ਵਿੱਚ ਅਟੈਚ ਹੋ ਚੁੱਕੇ ਸੀ, ਪਰ ਰਾਜਾ ਵੜਿੰਗ ਪਾਰਟੀ ਦੇ ਵਿੱਚ ਆਏ ਸੀ, ਕਾਂਗਰਸ ਦੇ ਵਿੱਚ ਆਏ ਸੀ, ਕਿਵੇਂ ਦੇਖਦੇ ਹੋ? ਪਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਕਦੇ ਮਹਾਰਾਜਾ ਸਾਹਿਬ ਆ ਜਾਂਦੇ, ਕਦੇ ਰਾਜਾ ਸਾਹਿਬ ਆ ਜਾਂਦੇ ਆ ਯਾਰ, ਮੇਰੇ ਉੱਤੇ ਐਵੇਂ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ। ਇਹ ਹੁਣ ਇਹਨਾਂ ਨੂੰ ਰਾਜਿਆਂ ਨੂੰ ਆਪਾਂ ਕੀ ਕਹਿ ਸਕਦੇ ਆ, ਇੱਧਰ ਜੀ ਸ਼ਾਹੀ ਬੰਦੇ ਹੁੰਦੇ ਆ ਇਹ। ਆ ਪ੍ਰਧਾਨ ਸਾਹਿਬ ਨੂੰ ਐਸ ਫੋਨ ਤੇ ਕਿਹਾ ਸੀ, ਬਾਪੂ ਜੀ ਬਾਪੂ ਜੀ। ਹਾਂ ਹਾਂ ਠੀਕ ਹੈ ਸਰ, ਓਕੇ। ਰਾਜੇ ਆ ਇਹ ਬਹਾਦਰ ਸਿੰਘ ਹੈ ਜੀ, ਗੁਰਦੀਪ ਸਿੰਘ ਜੀ, ਫਿਰ ਜਤਿੰਦਰ ਸਿੰਘ ਈਸਰੂ ਜੀ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਜਿਹੜੇ ਸਾਡੇ ਨੌਜਵਾਨ ਸੰਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਸਰਕਾਰ ਦੇ ਰਾਹੀਂ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਰਵਾਇਆ ਗਿਆ। ਬਾਦਲ ਸਾਹਿਬ ਆਪਣੀਆਂ ਫੋਟੋਆਂ ਨਹੀਂ ਲਵਾ ਰਹੇ, ਕਿਉਂ ਕਰਕੇ ਲੋਕਾਂ ਨੇ ਫਾੜ ਦੇਣੇ ਸੀ ਪੋਸਟਰ। ਹੁਣ ਵਿੰਗੇ ਟੇਢੇ ਢੰਗ ਦੇ ਨਾਲ ਕਰ ਰਹੇ ਆ, ਹੋਰ ਉਹਨਾਂ ਦੇ ਕੋਈ ਇਸ਼ੂ ਹੈ ਨਹੀਂ। ਸਿੱਖਾਂ ਨੂੰ ਮਰਵਾਇਆ, ਬਲੂ ਸਟਾਰ ਇੰਦਰਾ ਗਾਂਧੀ ਨਾਲ ਮਿਲ ਕੇ ਕਰਾਇਆ, ਲੌਂਗੋਵਾਲ, ਟੌੜੇ, ਬਾਦਲ ਸਾਰਿਆਂ ਨੇ। ਮੇਰਾ ਖਿਆਲ ਗੁਰੂ ਸਾਹਿਬ ਤੋਂ ਮੈਂ ਮਾਫੀ ਮੰਗਦਾ ਜੇ ਮੈਂ ਕਹਾ ਕਿ ਅਜੇ ਸਾਡੇ ਮੁਕਾਬਲੇ ਦੇ ਵਿੱਚ ਆਇਆ ਨਹੀਂ ਕੋਈ। ਸੋ ਬੀਜੇਪੀ ਤੇ ਬਾਦਲ ਦਰਿਆ ਨੇ ਰਲ ਕੇ 10 ਸਾਲ ਬਹੁਤ ਸਮਗਲਿੰਗ ਪਾਕਿਸਤਾਨ ਤੋਂ ਕਰਾਈ ਹੈ। ਸਤਿਕਾਰਯੋਗ ਸੰਗਰੂਰ ਦੀ ਪ੍ਰੈਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਗੁਰਦੀਪ ਸਿੰਘ, ਸਰਦਾਰ ਬਹਾਦਰ ਸਿੰਘ, ਈਸਰੂ ਸਾਹਿਬ, ਲੋਕ ਲਹਿਰ ਦੇ ਨੁਮਾਇੰਦੇ ਸਾਰੇ ਇੱਥੇ ਆਏ ਹੈ, ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਇਹਨਾਂ ਨੇ ਸਾਡੀ ਇਮਦਾਦ ਕੀਤੀ ਹੈ ਔਰ ਪ੍ਰੈਸ ਅੱਗੇ ਬੇਨਤੀ ਵੀ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਪੰਥ ਅੱਜ ਪਾਰਲੀਮੈਂਟ ਦੇ ਵਿੱਚ ਨਹੀਂ ਹੈ, ਪੰਥ ਅੱਜ ਅਸੈਂਬਲੀ ਦੇ ਵਿੱਚ ਨਹੀਂ ਹੈ, ਤੇ ਪੰਥ ਦੀ ਮਜਬੂਰੀ ਹੈ ਕਿ ਅਸੀਂ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਜਾਈਏ
ਤੇ ਜਿਹੜੇ ਸਾਡੇ ਮਸਲੇ ਹੈਗੇ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹਦੇ ਇਲੈਕਸ਼ਨ 11 ਸਾਲ ਤੋਂ ਨਹੀਂ ਹੋਏ ਉਹ ਕਰਾਈਏ। ਜਿਹੜੇ ਸਾਡੇ ਨੌਜਵਾਨ ਸੰਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਸਰਕਾਰ ਦੇ ਰਾਹੀਂ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਰਵਾਇਆ ਗਿਆ, ਉਹਦੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਕਰੀਏ, ਕਿਉਂ ਕਰਕੇ ਇਹ ਸਾਰੇ ਮੁੱਦੇ ਹੈਗੇ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਹੋ ਸਕਦੇ ਹੈ। ਦੂਸਰੀ ਗੱਲ ਹੈ ਕਿ ਜਿਹੜਾ ਮੋਦੀ ਸਰਕਾਰ ਨੇ RSS ਨੇ ਪੈਗੰਬਰ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ, ਉਹਦੇ ਬਾਰੇ ਅਸੀਂ ਖੰਡਨ ਕੀਤਾ। ਪਰ ਗੱਲ ਇਹ ਹੈ ਕਿ ਜਿਹੜੇ ਮੁਸਲਮਾਨ ਮੁਲਕ ਹੈਗੇ ਹੈ ਉਹਦੇ ਵਿੱਚ ਕਹਿੰਦੇ ਹੈ ਕਿ ਇੰਡੀਅਨਸ ਨੇ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ। ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਅਨਸ ਨੂੰ ਤੁਸੀਂ ਸਮਝੋ ਜਿਹੜੇ ਵੱਧ ਗਿਣਤੀ ਹਿੰਦੂ ਹੈਗੇ ਹੈ, ਉਹਨਾਂ ਦੇ ਵਿੱਚ ਸਿੱਖ ਨਹੀਂ। ਸਿੱਖ ਇੱਕ ਅਲੱਗਾ ਕੌਮ ਹੈ, ਇੱਕ ਅਲੱਗਾ ਮਜ਼ਹਬ ਹੈ ਤੇ ਅਸੀਂ ਸਾਰੇ ਮਜ਼ਹਬਾਂ ਦੀ ਪੂਰੀ ਇੱਜ਼ਤ ਕਰਦੇ ਹਾਂ ਤੇ ਮਾਣ ਕਰਦੇ ਹਾਂ। ਤੇ ਸਾਡੀ ਪਾਰਟੀ ਜਦੋਂ ਬੱਬਰੀ ਮਸਜਿਦ ਗਿਰਾਈ ਗਈ ਹੈ, ਸ਼ਹੀਦ ਕੀਤੀ ਹੈ, ਅਸੀਂ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਹੈਗੀਆਂ। ਜਿੱਥੇ ਵੀ ਕਤਲੇਆਮ ਕਸ਼ਮੀਰੀਆਂ ਦੀ ਹੋ ਰਹੀ ਹੈ ਉੱਥੇ ਵੀ ਅਸੀਂ ਜਾ ਕੇ ਪਤਾ ਲਿਆ। ਜਿੱਥੇ ਜਿੱਥੇ ਜ਼ੁਲਮ ਹੁੰਦੇ ਹੈ ਅੱਜ ਬੁਲਡੋਜ਼ਰਾਂ ਦੇ ਨਾਲ ਜਿਹੜੇ ਮੁਸਲਮਾਨ ਆਪਣਾ ਗੁੱਸਾ ਕੱਢ ਰਹੇ ਹੈ ਮੁਹੰਮਦ ਸਾਹਿਬ ਦੇ ਬਾਰੇ। ਪ੍ਰਯਾਗ ਦੇ ਵਿੱਚ BJP ਸਰਕਾਰ ਨੇ ਉਹਨਾਂ ਦੇ ਘਰ ਬੁਲਡੋਜ਼ਰਾਂ ਦੇ ਨਾਲ ਢਾਤੇ ਹੈ। ਜਿਹੜੇ ਗਰੀਬ ਮੁਸਲਮਾਨਾਂ ਦੀਆਂ ਬਸਤੀਆਂ UP, ਮੱਧ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੇ ਵਿੱਚ ਹੈ, ਉਹ ਵੀ BJP ਸਰਕਾਰਾਂ ਨੇ ਬੁਲਡੋਜ਼ਰਾਂ ਦੇ ਨਾਲ ਬਿਲਕੁਲ ਪੱਧਰੀਆਂ ਕਰ ਦਿੱਤੀਆਂ ਹੈਗੀਆਂ। ਅੱਜ ਇੱਥੇ ਧਰਮ ਨਿਰਪੱਖਤਾ ਨਹੀਂ ਹੈ। ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਹੋਣ ਵਾਲੀਆਂ, ਸਾਡੇ ਬੰਦੀਆਂ ਦੀ ਗੱਲ ਹੋਣ ਵਾਲੀ ਹੈ ਜਿਹੜੇ 30 ਸਾਲ ਤੋਂ ਜੇਲ੍ਹਾਂ ਦੇ ਵਿੱਚ ਗਏ ਹੈ। ਅਜੇ ਤੱਕ 1984 ਦਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਨੇ ਅਟੈਕ ਕੀਤਾ, ਉਹਦੀ ਮਾਫੀ ਇੰਡੀਆ ਦੀ ਪਾਰਲੀਮੈਂਟ ਨੇ ਅਜੇ ਤੱਕ ਨਹੀਂ ਮੰਗੀ। ਇਹ ਜਿਹੜੇ ਮਸਲੇ ਸਿੱਖ ਕੌਮ ਦੇ ਉੱਤੇ ਜ਼ਬਰ ਦੇ ਹੈ, ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਪ੍ਰਕਾਸ਼ ਕਰਨ ਦੀ ਲੋੜ ਬਹੁਤ ਜ਼ਰੂਰੀ ਹੈ ਕਿ ਪਾਰਲੀਮੈਂਟ ਸਿੱਖ ਕੌਮ ਤੋਂ ਮਾਫੀ ਮੰਗੇ, ਜਿਵੇਂ ਜਾਪਾਨ ਦੀ ਪਾਰਲੀਮੈਂਟ ਨੇ ਤੇ ਜਰਮਨ ਦੀ ਪਾਰਲੀਮੈਂਟ ਨੇ ਯਹੂਦੀਆਂ ਤੋਂ ਮਾਫੀ ਮੰਗੀ ਹੈ ਔਰ ਜਿਨ੍ਹਾਂ ਦੇ ਉੱਤੇ ਜੁਰਮ ਕੀਤੇ ਹੈ ਕਿ ਸਾਨੂੰ ਦੂਜੇ ਦੁਨੀਆ ਦੇ ਜੰਗ ਦੇ ਵਿੱਚ ਜਾਪਾਨ ਨੂੰ ਤੇ ਜਰਮਨ ਨੂੰ ਇਹੋ ਜਿਹੇ ਮਨੁੱਖੀ ਜੁਰਮ ਨਹੀਂ ਸੀ ਕਰਨੇ ਚਾਹੀਦੇ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਸਾਰੀਆਂ ਗੱਲਾਂ ਹੋਣ ਵਾਲੀਆਂ ਹੈਗੀਆਂ ਦਲੀਲ ਦੇ ਨਾਲ। ਜੇ ਦਲੀਲ ਦੇ ਨਾਲ ਪਾਰਲੀਮੈਂਟ ਦੇ ਵਿੱਚ ਬੰਦੀ ਕੋਈ ਛਡਾ ਸਕਦਾ ਹੈ ਤਾਂ ਮੈਨੂੰ ਉਹਦਾ ਕੋਈ ਇਤਰਾਜ਼ ਨਹੀਂ। ਮੇਰਾ ਰਿਕਾਰਡ ਹੈ ਕਿ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ ਉਸ ਵੇਲੇ ਭੁੱਲਰ ਸਾਹਿਬ ਨੂੰ ਫਾਂਸੀ ਦੇ ਆਰਡਰ ਆ ਗਏ ਸੀਗੇ। ਮੈਂ ਬੇਨਤੀ ਕੀਤੀ ਬਾਦਲ ਸਾਹਿਬ ਨੂੰ, ਢੀਂਡਸਾ ਸਾਹਿਬ ਨੂੰ, ਟੋੜਾ ਸਾਹਿਬ ਨੂੰ ਕਿ ਤੁਸੀਂ ਆਓ ਪਾਰਲੀਮੈਂਟ ਦੇ ਵਿੱਚ ਅਸੀਂ ਹੋਮ ਮਿਨਿਸਟਰ ਅਡਵਾਨੀ ਸਾਹਿਬ ਨੂੰ ਮਿਲੀਏ ਤੇ ਉੱਥੇ ਜਾ ਕੇ ਇਹਦੀ ਫਾਂਸੀ ਦਾ ਹੁਕਮ ਰੱਦ ਕਰਾਈਏ। तो मेरा कहने का पता है, कहने का मतलब है कि मैनू सारे राह आउंदे है कि कित्थे कित्थे जाना। ते सुप्रीम कोर्ट ने भी भुल्लर साहब की फांसी दे विच बहुत अन्याय कीता सीगा। जिहड़ा मुख जज सीगा, 3 मैंबर बेंच सीगा, 3 जज सीगे, एक मुसलमान सीगा जिहड़ा बेंच दा मुखी सीगा, 2 जज सी जो साडे हिंदू भरा सीगे। जिहड़ा चीफ जज मुसलमान सी उसने भुल्लर साहब नूं बिल्कुल जड़ों रिहा करता, कहंदा
ਕੱਢੋ ਚਾਬੀਆਂ, ਲਾਹੋ ਇਹਦੀਆਂ ਹੱਥਕੜੀਆਂ ਤੇ ਜਾਏ। ਪਰ ਜਿਹੜੇ ਦੂਜੇ 2 ਜੱਜ ਸੀਗੇ ਉਹਨਾਂ ਨੇ ਫਾਂਸੀ ਦੇ ਹੁਕਮ ਕਰਤੇ। ਹੁਣ ਫਾਂਸੀ ਦੇ ਹੁਕਮ ਤੇ ਉੱਤੇ 3 ਜੱਜਾਂ ਦੀ ਇੱਕ ਸਲਾਹ ਹੋਣੀ ਚਾਹੀਦੀ ਹੈ, ਪਰ 2 ਜੱਜਾਂ ਦੀ ਸਲਾਹ ਦੇ ਉੱਤੇ ਫਾਂਸੀ ਦੇ ਆਰਡਰ ਕਰਨੇ ਅਸੀਂ ਸਮਝਦੇ ਹਾਂ ਕਿ ਇਹ ਮਤਸਵੀ ਆਰਡਰ ਸੀਗੇ ਸੁਪਰੀਮ ਕੋਰਟ ਦੇ, ਜਿਹਦੇ ਖਿਲਾਫ ਅਸੀਂ ਅੱਜ ਤੱਕ ਲੜਦੇ ਰਹੇ ਹਾਂ। ਤੇ ਇਸ ਤਰ੍ਹਾਂ ਰਾਜੋਵਾਲ ਸਾਹਿਬ ਨੂੰ ਜਦੋਂ ਫਾਂਸੀ ਦੇ ਹੁਕਮ ਹੋਏ ਸੀਗੇ, ਆ ਬੈਠੇ ਹੈ ਜਸਕਰਨ ਸਿੰਘ ਜੀ, ਅਸੀਂ 2 ਮਹੀਨੇ ਬਠਿੰਡੇ ਜੇਲ੍ਹ ਦੇ ਵਿੱਚ ਕੈਦ ਕੱਟੀ ਹੈ। ਉਦੋਂ ਰਾਜ ਕਰ ਰਹੇ ਸੀਗੇ ਬਾਦਲ ਸਾਹਿਬ, ਤੇ ਬਾਦਲ ਸਾਹਿਬ ਦੇ ਵੇਲੇ ਰਾਜੋਵਾਲ ਸਾਹਿਬ ਦੀ ਫਾਂਸੀ ਦੇ ਖਿਲਾਫ ਅਸੀਂ ਮੁਜ਼ਾਹਰੇ ਕਰ ਰਹੇ ਸੀਗੇ। ਉਸ ਵੇਲੇ ਸੁਖਬੀਰ ਸਿੰਘ ਤੇ ਬਾਦਲ ਸਾਹਿਬ ਨੇ ਸਾਨੂੰ ਫੜ ਕੇ 2 ਮਹੀਨੇ ਬਠਿੰਡੇ ਦੀ ਜੇਲ੍ਹ ਦੇ ਵਿੱਚ ਦਿੱਤਾ ਸੀਗਾ। ਅੱਜ ਜੇ ਨਵਾਂ ਪਿਆਰ ਉਹਨਾਂ ਨੂੰ ਚੜਿਆ ਹੋਇਆ ਹੈ ਰਾਜੋਵਾਲ ਸਾਹਿਬ ਦਾ, ਪਰ ਯਾਦ ਕਰਨ ਕਿ ਫਿਰ ਅਸੀਂ ਜੇ ਇਹਦੇ ਦੁਖੀ ਹੋਏ ਸੀ, ਸਾਨੂੰ ਜੇਲ੍ਹ ਦਿੱਤੀ 2014 ਦੇ ਵਿੱਚ। ਇਹੀ ਬੀਬੀ ਜੀ ਨੇ ਇਲੈਕਸ਼ਨ ਪਟਿਆਲੇ ਤੋਂ ਲੜੇ ਹੈ, ਇਹਨਾਂ ਨੂੰ ਬਾਦਲਾਂ ਨੇ ਆਪਣੀ ਟਿਕਟ ਨਹੀਂ ਦਿੱਤੀ, ਤੇ ਉੱਥੇ ਇੱਕ ਢਿੱਲੋਂ ਸਾਹਿਬ ਨੂੰ ਤਕੜੀ ਦਾ ਨਿਸ਼ਾਨ ਦੇ ਕੇ ਉੱਥੇ ਇਲੈਕਸ਼ਨ ਲੜਾਏ ਗਏ ਹੈ। ਇਹ ਜਿਹੜਾ ਨਵਾਂ ਪਿਆਰ ਬਾਦਲਾਂ ਦੇ ਵਿੱਚ ਉੱਭਰਿਆ ਹੈ, ਇਹ ਬਿਲਕੁਲ ਬਣਾਉਟੀ ਹੈ, ਤੇ ਇਹਦਾ ਇਹ ਲੋਕਾਂ ਨੂੰ ਬਿਲਕੁਲ ਅਸਰ ਨਹੀਂ ਹੋਣਾ ਚਾਹੀਦਾ। ਜੇ ਬੰਦੀ ਛਡਾਉਣੇ ਹੈ ਬਰਗਾੜੀ ਦੇ ਵਿੱਚ, ਅੱਜ 340 ਦਿਨਾਂ ਤੋਂ ਸਾਡੀ ਪਾਰਟੀ ਦਾ ਮੋਰਚਾ ਚੱਲੀ ਜਾਂਦਾ ਹੈ। ਰੋਜ਼ 15 ਸਿੰਘ ਸਿੰਘਣੀਆਂ ਗ੍ਰਿਫਤਾਰੀਆਂ ਦੇ ਰਹੇ ਹੈ। ਸੋ ਮੇਰਾ ਮਤਲਬ ਹੈ ਕਿ ਅਸੀਂ ਲੜੀ ਜਾਂਦੇ ਹਾਂ। ਜੇ ਮੈਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜੋਗੇ ਤਾਂ ਮੈਨੂੰ ਪਤਾ ਹੈ ਕਿਹੜੇ ਦਰਵਾਜ਼ੇ ਵਿੱਚੋਂ ਕਿਹਨੂੰ ਮਿਲ ਕੇ ਤੇ ਇਹ ਰਾਜੋਵਾਣੇ ਸਾਹਿਬ ਤੇ ਬਾਕੀ ਜਿਹੜੇ 30 ਬੰਦੀ ਹੈ ਉਹਨਾਂ ਨੂੰ ਕਿਵੇਂ ਮੁਕਤ ਕਰਾਉਣਾ ਹੈ। ਮੈਂ ਇਹ ਵੀ ਪਾਰਲੀਮੈਂਟ ਦੇ ਵਿੱਚ ਕਹੂੰਗਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੀ ਕੈਦ ਹੋਈ ਸੀਗੀ ਤੇ ਉਹਨਾਂ ਦੀ ਰਿਹਾਈ ਜਹਾਂਗੀਰ ਬਾਦਸ਼ਾਹ ਨੇ ਕਰਤੀ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਜਿੰਨਾ ਚਿਰ 52 ਹਿੰਦੂ ਰਾਜੇ ਤੁਸੀਂ ਮੇਰੇ ਨਾਲ ਰਿਹਾ ਨਹੀਂ ਕਰਦੇ, ਉਨਾ ਚਿਰ ਮੈਂ ਤੁਹਾਡੀ ਰਿਹਾਈ ਨਹੀਂ ਲੈਣੀ। ਤਾਂ ਮੇਰਾ ਮਤਲਬ ਹੈ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਨੇ ਉਹ ਆਪ ਜਨੇਊ ਨਹੀਂ ਸੀ ਪਹਿਨਦੇ, ਪਰ ਕਿਉਂ ਕਰਕੇ 1.25 ਮਣ ਤੋਲ ਕੇ ਜਨੇਊ ਔਰੰਗਜ਼ੇਬ ਤਦ ਰੋਟੀ ਖਾਂਦਾ ਸੀਗਾ। ਉਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਹੈ। ਤੇ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਇਤਿਹਾਸ ਦਾ ਕਿ ਜੇ ਹਿੰਦੁਸਤਾਨ ਨੂੰ ਕਦੇ ਬਚਾਇਆ ਹੈਗਾ, ਇਹ ਸਿੱਖ ਕੌਮ ਨੇ ਬਚਾਇਆ ਹੈ, ਤੇ ਤੁਹਾਡੇ ਅੰਗ ਸੰਗ ਰਹੇ ਹੈ। ਤੇ ਹੁਣ ਤੁਸੀਂ ਬਿਲਕੁਲ ਉਹ ਚੀਜ਼ਾਂ ਨਾ ਭੁੱਲੋ, ਕਿਉਂ ਕਰਕੇ ਜੇ ਸਿੱਖਾਂ ਦੀ ਇਮਦਾਦ ਹਕੂਮਤ ਨੂੰ ਖਤਮ ਹੋ ਗਈ ਤਾਂ ਫਿਰ ਤੁਸੀਂ ਗੁਲਾਮ ਹੋ ਜਾਓਗੇ। ਕਿਉਂ ਕਰਕੇ 2020 ਦੇ ਵਿੱਚ ਚੀਨ ਲਦਾਖ ਦੇ ਵਿੱਚ 900 ਸਕੁਅਰ ਕਿਲੋਮੀਟਰ ਹੋਰ ਕਬਜ਼ਾ ਕਰ ਗਿਆ। 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਲਦਾਖ ਦਾ ਕਬਜ਼ਾ ਕਰ ਗਿਆ। ਸਿੱਖ ਨੂੰ ਕਿਉਂ ਲਦਾਖ ਪਿਆਰਾ ਹੈ? ਕਿਉਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ 1834 ਦੇ ਵਿੱਚ ਫਤਿਹ ਕੀਤਾ ਸੀ ਤੇ ਲਾਹੌਰ ਦਰਬਾਰ ਸਿੱਖ ਰਾਜ ਦੇ ਨਾਲ ਜੋੜਿਆ ਸੀ। ਇਹ ਸਾਡਾ ਰਾਜ ਹੈ ਜਿਹਦੇ ਪਿੱਛੇ ਅਸੀਂ ਵੀ ਕਹਿੰਦੇ ਹਾਂ ਕਿ ਹਿੰਦੂਤਵਾ ਤੋਂ ਆਪਣੇ ਬਾਰਡਰ ਕਿਉਂ ਨਹੀਂ ਸਾਂਭੇ ਜਾਂਦੇ। ਇਹ ਸਾਰੀਆਂ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਕਰਨ ਵਾਲੀਆਂ। ਜੇ ਹੋਰ ਕੋਈ ਇੱਥੇ ਮੇਰੇ ਨਾਲ ਦਾ ਖੜਾ ਇਹ ਗੱਲਾਂ ਕਰ ਲੂਗਾ ਤਾਂ ਫਿਰ ਆਪਾਂ ਦੇਖ ਲੈਂਦੇ ਹਾਂ ਕਿ ਜੇ ਇਹ ਸਾਰੀਆਂ ਗੱਲਾਂ ਸਿੱਖ ਕੌਮ ਦੀਆਂ ਕਰ ਸਕਦਾ। ਮਾਨ ਸਾਹਿਬ, ਪੋਸਟਰ ਦੇ ਉੱਤੇ ਜਿਹੜੇ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਨੇ, ਆਪਣੀਆਂ ਫੋਟੋਆਂ ਨਹੀਂ ਲਗਾਈਆਂ ਜਾ ਰਹੀਆਂ, ਸਿਰਫ ਰਾਜੋਆਣਾ ਜੀ ਤੇ ਉਹਨਾਂ ਦੀ ਸਿਸਟਰ ਦੀ ਫੋਟੋ ਲਗਾਈ ਜਾ ਰਹੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਰਾਜੋਆਣਾ ਸਾਹਿਬ ਨੇ ਸਮਰਥਨ ਕਿਉਂ ਦਿੱਤਾ ਜੀ ਉਹਨਾਂ ਨੂੰ? ਇਹ ਬਾਦਲ ਸਾਹਿਬ ਆਪਣੀਆਂ ਫੋਟੋਆਂ ਨਹੀਂ ਲਵਾ ਰਹੇ ਕਿਉਂ ਕਰਕੇ ਲੋਕਾਂ ਨੇ ਪਾੜ ਦੇਣੇ ਸੀ ਪੋਸਟਰ। ਜਿੱਦਣ ਮੇਰੇ ਘਰ ਆਏ ਹੈ ਸੁਲਹ ਕਰਨ ਨੂੰ, ਰੱਬ ਦਾ ਸ਼ੁਕਰ ਹੈ ਕਿ ਮੈਂ ਕਿਹਾ ਤਾਂ ਇਸ ਤਰ੍ਹਾਂ ਸੁਲਹ ਨਹੀਂ ਹੁੰਦੀ।
ਨਹੀਂ ਤਾਂ ਤੁਸੀਂ ਜਿਹੜੀ ਇਹ ਫੇਸਬੁੱਕਾਂ ਉਹ ਤਾਂ ਭਰੀਆਂ ਹੋਈਆਂ ਸੀਗੀਆਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਕੀ ਹੋ ਗਿਆ, ਇਹਦਾ ਨਵਾਂ ਪਿਆਰ ਕਿਵੇਂ ਬਾਦਲਾਂ ਨਾਲ ਪੈ ਗਿਆ। ਸੋ ਮੇਰਾ ਮਤਲਬ ਹੈ ਕਿ ਜੇ ਬਾਦਲਾਂ ਦੀ ਤੇ ਸੁਖਬੀਰ ਦੀ ਫੋਟੋ ਇਸ਼ਤਿਹਾਰ ਦੇ ਉੱਤੇ ਪੈ ਜੂਗੀ ਤੇ ਉਹ ਲੋਕ ਐ ਲੀਰਾਂ ਕਰ ਦੇਣਗੇ ਉਹਨਾਂ ਨੂੰ। ਇਸ ਕਰਕੇ ਬਾਦਲ ਸਾਹਿਬ ਦੇ ਸ਼ਕਲ ਜਾਂ ਸੁਖਬੀਰ ਸਿੰਘ ਦੀ ਸ਼ਕਲ ਉੱਥੇ ਨਹੀਂ ਹੈ, ਪਰ ਬਾਦਲ ਸਾਹਿਬ ਬਿਮਾਰ ਹੈ। ਅਸੀਂ ਰੱਬ ਕੋਲੇ ਅਰਦਾਸ ਕਰਦੇ ਹਾਂ ਕਿ ਉਹ ਠੀਕ ਹੋ ਜਾਣ। ਤੁਹਾਨੂੰ ਲੱਗਦਾ ਵੀ ਪਰਮਿਟ ਕਰ ਰਹੇ ਨੇ ਲੋਕਾਂ ਨੂੰ, ਜੇਕਰ ਪੰਥ ਦੀ ਵੋਟ ਲੈਣ ਦੀ ਗੱਲ ਕਰ ਰਹੇ ਨੇ ਉਹ, ਤੇ ਆਪਣੀ ਹੁਣ ਵਿੰਗੇ ਟੇਢੇ ਢੰਗ ਦੇ ਨਾਲ ਕਰ ਰਹੇ ਆ। ਹੋਰ ਉਹਨਾਂ ਦੇ ਕੋਈ ਇਸ਼ੂ ਹੈ ਨਹੀਂ। ਸਿੱਖਾਂ ਨੂੰ ਮਰਵਾਇਆ ਹੈ, ਬਲੂ ਸਟਾਰ ਇੰਦਰਾ ਗਾਂਧੀ ਨਾਲ ਮਿਲ ਕੇ ਕਰਾਇਆ, ਲੌਂਗੋਵਾਲ ਟੌੜੇ ਬਾਦਲ ਸਾਰਿਆਂ ਨੇ। ਇਹ ਹੁਣ ਜ਼ਬਰਦਸਤੀ ਪੰਥ ਦੇ ਜਜ਼ਬਾਤਾਂ ਦੇ ਵਿੱਚ ਵੜਨਾ ਚਾਹੁੰਦੇ ਹੈ, ਟੇਢੇ ਦਰਵਾਜ਼ੇ ਵਿੱਚੋਂ ਦੀ, ਜਿਹੜਾ ਇਹ ਉਹ ਦਰਵਾਜ਼ਾ ਬੰਦ ਕਰ ਦਿੱਤਾ। ਤੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਜੀ, ਕੱਲ ਰਾਜਾ ਵੜਿੰਗ ਨੇ ਉਹ ਪੋਸਟ ਫੋਟੋ ਵੀ ਲਗਾ ਰਹੇ ਨੇ ਆਪਣੇ, ਤੇ ਕਾਂਗਰਸ ਪਾਰਟੀ ਨਾਲ ਉਹ ਜੁੜੇ ਹੋਏ ਸੀਗੇ। ਸਿੱਧੂ ਮੂਸੇਵਾਲੇ ਜੀ ਨੇ ਤੁਹਾਨੂੰ ਸਮਰਥਨ ਕੀਤਾ ਸੀਗਾ, ਕਿਵੇਂ ਦੇਖਦੇ ਹੋ ਵੀ ਇਸ ਤੇ ਰਾਜਨੀਤੀ ਹੋ ਰਹੀ ਹੈ? ਮੇਰਾ ਖਿਆਲ ਹੈ ਜੀ ਆਪਾਂ ਉਹ ਚੀਜ਼ ਕਾਂਗਰਸ ਜੋ ਸਮਝਦੀ ਹੈ ਕਿ ਉਹਨਾਂ ਦੀ ਜਿੱਤ ਹੋ ਜੂ। ਮੂਸੇਵਾਲ ਸਾਹਿਬ ਪੂਰੇ ਪੰਥਕ ਸੀਗੇ, ਉਹਨਾਂ ਦੀ ਬਾਂਹ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਟੈਟੂ ਲੱਗਿਆ ਹੋਇਆ ਸੀਗਾ। ਜਿਹੜੀ ਉਹਨਾਂ ਨੇ ਟਰੋਲੀ ਬਣਵਾਈ ਸੀਗੀ ਉਹਦੇ ਉੱਤੇ AK-47 ਬੜੀਆਂ ਘੱਟ ਕੇ ਲੱਗੀਆਂ ਹੋਈਆਂ ਸੀਗੀਆਂ, ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮਾਨ ਸਾਹਿਬ ਮੈਂ ਆਪਣੀ ਨਵੀਂ ਟਰੋਲੀ ਜਿਹੜੀ ਬਣਵਾਈ ਹੈ ਤੇ ਆਪਣਾ ਟਰੈਕਟਰ ਹੈ, ਤੁਹਾਨੂੰ ਮਸਤੂਆਣੇ ਤੋਂ ਆਪਣੀ ਟਰੋਲੀ 'ਚ ਚਾੜ ਕੇ ਤੁਹਾਡੇ ਕਾਗਜ਼ DC ਦੇ ਭਰਾ ਕੇ ਆਉਣੇ ਹੈ। ਸੋ ਹੁਣ ਤੁਸੀਂ ਦੱਸੋ ਕਿ ਉਹ ਕਿੱਧਰਲੇ ਪਾਸੇ ਸੀਗੇ। ਉਹ ਸਾਰੀਆਂ ਰਿਕਾਰਡਡ ਚੀਜ਼ਾਂ। ਉਹਨਾਂ ਨੇ ਕਿਹਾ ਸੀਗਾ ਕਿ ਹੁਣ ਬਾਪੂ ਮੈਨੂੰ ਮਿਲਣ ਕਦੋਂ ਆਏਗਾ। ਅਗਲੇ ਦਿਨ ਮੈਂ ਚਲਿਆ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਾਰ ਦਿੱਤਾ ਗਿਆ, ਤੇ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਕਿਹਾ, ਲੋਕਾਂ ਨੂੰ ਕਿਹਾ ਕਿ ਮੈਂ ਤਾਂ ਆ ਗਿਆ, ਬਾਪੂ ਤਾਂ ਆ ਗਿਆ, ਪਰ ਉਹ ਤਾਂ ਚਲਿਆ ਗਿਆ। ਪਰ ਤੁਸੀਂ ਨਹੀਂ ਸਮਝਦੇ ਵੀ ਫੋਟੋ ਲਾ ਕੇ ਉਹ ਕਰ ਰਹੇ ਨੇ, ਕਾਂਗਰਸ ਨੂੰ ਕੁਝ ਕਹਿਣਾ ਚਾਹੋਗੇ ਜੀ? ਇਹ ਲੋਕ ਬਹੁਤ ਹੁਸ਼ਿਆਰ ਹੈ ਜੀ, ਸਾਰੇ ਸਮਝਦੇ ਆ ਕੀ ਚੀਜ਼ ਹੋ ਰਹੀ ਹੈ। ਉਹਦੇ ਬਾਰੇ ਜਿੰਨੀਆਂ ਮਰਜ਼ੀ ਫੋਟੋਆਂ ਲਾ ਲੈਣ। ਹੁਣ ਜੇ ਬਾਦਲ ਸਾਹਿਬ ਦੀ ਨਹੀਂ ਲੱਗ ਸਕਦੀ ਤੇ ਮੂਸੇਵਾਲ ਸਾਹਿਬ ਦੀ ਤਾਂ ਸਾਡੇ ਦਿਲ ਦੇ ਉੱਤੇ ਚੜ੍ਹੀ ਹੋਈ ਹੈ, ਸਾਰੇ ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ, ਤੇ ਉਹਨੂੰ ਕੌਣ ਲਾ ਸਕਦਾ? ਹੁਣ ਕਾਂਗਰਸ ਲਾ ਨਹੀਂ ਸਕਦੀ ਉਸ ਨੂੰ। ਮਾਨ ਸਾਹਿਬ ਕਿਹੜੀ ਧਿਰ ਨਾਲ ਲੜਾਈ ਬਣ ਕੇ ਚੱਲ ਰਹੀ ਹੈ, ਕਿਉਂਕਿ 10 ਦਿਨ ਹੈਗੇ ਤੁਹਾਨੂੰ ਮੇਨ ਕਿਹੜੀ ਧਿਰ ਨਾਲ ਟੱਕਰ ਬਣ? ਮੇਰਾ ਖਿਆਲ ਗੁਰੂ ਸਾਹਿਬ ਤੋਂ ਮੈਂ ਮਾਫੀ ਮੰਗਦਾ ਜੇ ਮੈਂ ਕਹਾ ਕਿ ਅਜੇ ਸਾਡੇ ਮੁਕਾਬਲੇ ਦੇ ਵਿੱਚ ਆਇਆ ਨਹੀਂ ਕੋਈ। ਜੇ ਤੁਹਾਨੂੰ ਪਤਾ ਹੈ ਕਿਸੇ ਦਾ, ਕਿਉਂ ਕਰਕੇ ਕਿਸੇ ਦੀ ਵੀ ਕਾਂਗਰਸ ਦੀ, BJP, ਆਮ ਆਦਮੀ ਪਾਰਟੀ, ਕਿਸੇ ਦੀ ਮੁਹਿੰਮ ਅਜੇ ਚਾਲੂ ਨਹੀਂ ਹੋਈ। ਪਿੰਡਾਂ ਦੇ ਵਿੱਚ ਪੋਸਟਰ ਜ਼ਰੂਰ ਲਾ ਦਿੱਤੇ ਗਏ ਹੈ, ਪਰ ਇਕੱਠ ਨਹੀਂ ਹੋ ਰਹੇ, ਕੋਈ ਉਹਨਾਂ ਦੀਆਂ ਮੀਟਿੰਗ 'ਚ ਜਾ ਨਹੀਂ ਰਿਹਾ ਹੈਗਾ। ਇਹ ਮੇਰੀ ਇਤਲਾਹ ਹੈ, ਬਾਕੀ ਪ੍ਰੈਸ ਨੂੰ ਜ਼ਿਆਦਾ ਪਤਾ ਹੋਊਗਾ ਕਿ ਕਿੰਨੀ ਤੇਜ਼ ਹੈ। ਪ੍ਰੈਸ ਦੱਸ ਸਕਦੀ ਹੈ ਲੋਕਾਂ ਨੂੰ ਕਿ ਉਹ ਕਿੰਨੇ ਕੁ ਪਾਣੀ 'ਚ ਹੈਗੇ ਆ। ਸਰ BJP ਜਿਹੜੀ ਲੋਕਾਂ 'ਚ ਲੈ ਕੇ ਜਾ ਰਹੀ ਹੈ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਾ ਰਹੀ ਹੈ, ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਾ ਰਹੀ ਹੈ ਵੀ ਪੰਜਾਬ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਤੇ ਉਹ ਸੈਂਟਰ ਹੀ ਹੱਲ ਕਰ ਸਕਦੀ ਹੈ। ਜਿਵੇਂ ਏਅਰਪੋਰਟ ਦੀ ਗੱਲ ਕੀਤੀ, ਜਿੱਥੇ ਵੀ ਗੱਲ ਹੋ ਰਹੀ ਹੈ, ਲਾਅ ਐਂਡ ਦੀ ਸਥਿਤੀ ਨੂੰ ਲੈ ਕੇ ਪ੍ਰੋਟੈਸਟ ਵੀ ਹੋ ਰਹੇ ਨੇ ਸੰਗਰੂਰ ਦੇ ਵਿੱਚ, ਪੂਰੇ ਪੰਜਾਬ 'ਚ। ਤੁਹਾਨੂੰ ਪਤਾ ਹੈ BJP ਦੇ ਪ੍ਰਧਾਨ ਫਿਰੋਜ਼ਪੁਰ ਦੇ ਸ਼ਰਮਾ ਸਾਹਿਬ ਸੀਗੇ। ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀਗੀ, ਉਹਨਾਂ ਦਾ ਜਿਹੜਾ ਸਕੱਤਰ ਸੀਗਾ ਉਹ ਫੜਿਆ ਗਿਆ ਸੀਗਾ ਨਸ਼ੇ ਮੰਗਾਉਂਦਾ ਪਾਕਿਸਤਾਨ ਤੋਂ। ਤੇ ਫਿਰ ਬਾਦਲ ਸਾਹਿਬ ਨੇ ਕੀ ਕੀਤਾ, ਸ਼ਰਮਾ ਸਾਹਿਬ ਪ੍ਰਧਾਨ ਜਿਹੜੇ BJP ਦੇ ਸੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਿਹੜਾ SSP ਫਿਰੋਜ਼ਪੁਰ ਦਾ ਸੀਗਾ ਹਰਦਿਆਲ ਸਿੰਘ ਮਾਨ, ਹਰਦਿਆਲ ਸਿੰਘ ਮਾਨ ਦਾ ਤਬਾਦਲਾ ਕਰਤਾ ਸੀਗਾ। ਸੋ BJP ਤੇ ਬਾਦਲ ਦਰਿਆ ਨੇ ਰਲ ਕੇ 10 ਸਾਲ ਬਹੁਤ ਸਮਗਲਿੰਗ ਪਾਕਿਸਤਾਨ ਤੋਂ ਕਰਾਈ ਹੈ, ਤੇ ਇਹਨਾਂ ਨੇ ਉਹ ਜਿਹੜਾ SP ਬਾਰਡਰ ਦੇ ਉੱਤੇ ਗਿਆ ਸੀਗਾ, ਉਹ ਛੁੱਟੀ ਦੇ ਉੱਤੇ ਸੀਗਾ, ਉਹ ਸਰਕਾਰੀ ਗੱਡੀ ਲੈ ਕੇ ਬਾਰਡਰ ਤੇ ਫੜਿਆ ਗਿਆ ਸੀ ਜਦੋਂ ਪਾਕਿਸਤਾਨ ਨੇ ਫੌਜੀ ਹਵਾਈ ਅੱਡੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਸੀ। ਪਰ NIA ਨੇ
ਉਹ ਐਸਪੀ ਨੂੰ ਚਲਾਨ ਨਹੀਂ ਕੀਤਾ ਤੇ ਉਹਦੇ ਕੋਲੇ ਜਵਾਰੀ ਵੀ ਨਾਲ ਸੀਗਾ ਤੇ ਉਹਦਾ ਲਾਂਗਰ ਵੀ ਨਾਲ ਸੀਗਾ। ਜਵਾਰੀ ਕਿਉਂ ਲੈ ਕੇ ਗਿਆ ਸੀ ਐਸਪੀ? ਉਹ ਗੁਰਦਾਸਪੁਰ ਤਾਇਨਾਤ ਨਹੀਂ ਸੀ, ਉਹ ਛੁੱਟੀ ਤੇ ਸੀ, ਪਰ ਉਹ ਸਰਕਾਰੀ ਗੱਡੀ ਲੈ ਕੇ ਗਿਆ ਸੀ। ਉਹ NIA ਨੇ ਉਹਦਾ ਚਲਾਨ ਨਹੀਂ ਕੀਤਾ, ਕਿਉਂ ਕਰਕੇ ਇਹ ਸਾਰੇ BJP ਤੇ ਬਾਦਲ ਦਲੀਏ ਰਲੇ ਹੋਏ ਸੀਗੇ ਇਸ ਸਮਗਲਿੰਗ ਦੇ ਵਿੱਚ। ਜਿੰਨੇ ਵੀ, ਮੈਂ ਰਿਪੋਰਟ ਲਿਖਤੀ ਤੌਰ ਤੇ ਦਿੱਤੀ ਹੈ ਕਿ ਜਿੰਨੇ ਵੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ MLA ਹੈਗੇ ਹੈ, ਇਹਨਾਂ ਦੀ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਕੋਲੇ ਪਹਿਲਾਂ ਕਿੰਨਾ ਧਨ ਸੀਗਾ, 10 ਸਾਲਾਂ ਦੇ ਬਾਅਦ ਇਹਨਾਂ ਦੀ ਸੰਪਤੀ ਕਿੰਨੀ ਵਧੀ ਹੈ। ਇਹ ਲਿਖ ਕੇ ਦਿੱਤਾ ਹੈ। ਜਿਹੜੀ ਆਲ ਪਾਰਟੀ ਮੀਟਿੰਗ ਉਹਨਾਂ ਨੇ ਕਰਾਈ ਸੀ ਚੀਫ ਮਿਨਿਸਟਰ ਚੰਨੀ ਸਾਹਿਬ ਦੇ ਵਿੱਚ ਨੇ, ਉਹਦੇ ਵਿੱਚ ਸਾਡੇ ਭਗਵੰਤ ਜੀ ਵੀ ਹਾਜ਼ਰ ਸੀਗੇ। ਉਹਨਾਂ ਨੇ ਵੀ ਦੇਖਿਆ ਕਿ ਮੈਂ ਦਸਤਾਵੇਜ਼ ਦੇ ਰਿਹਾ ਕਿ ਅਸੀਂ ਪਹਿਲਾਂ ਸਰਕਾਰ ਨੂੰ ਲਿਖਦੇ ਆ ਰਹੇ ਹਾਂ, ਤੇ ਜੇ ਭਗਵੰਤ ਜੀ ਚਾਹੁਣ ਹੁਣ ਉਹ ਸਾਰੇ ਦਸਤਾਵੇਜ਼ ਕਢਾ ਕੇ ਪਤਾ ਲੈ ਸਕਦੇ ਆ ਕਿ ਕਿੰਨੀ ਹੈਰੋਇਨ, ਕਿੰਨਾ ਅਸਲਾ ਉਹਨਾਂ ਦਿਨਾਂ ਦੇ ਵਿੱਚ ਆਇਆ। ਹੁਣ BSF ਨੂੰ ਸਰਕਾਰ ਜ਼ਿਆਦਾ ਪਾਵਰ ਦੇ ਰਹੀ ਹੈ, ਉਹਨਾਂ ਨੂੰ 50 ਕਿਲੋਮੀਟਰ ਅੰਦਰ ਦੀ ਰੱਖਿਆ ਦੀ ਡਿਊਟੀ ਦੇ ਦਿੱਤੀ ਹੈ, ਜਿਹਦਾ ਮਤਲਬ ਹੈ ਕਿ ਬਾਰਡਰ ਦੀ ਸਿਕਿਉਰਿਟੀ ਕਮਜ਼ੋਰ ਹੋ ਗਈ ਹੈ ਔਰ ਇਸ ਕਰਕੇ ਨਸ਼ਾ ਤੇ ਬਰੂਦ ਤੇ ਅਸਲਾ ਬਹੁਤ ਤਾਦਾਦ ਦੇ ਵਿੱਚ ਅੰਦਰ ਆਉਣ ਲੱਗ ਪਿਆ। BSF ਦਾ ਇਲਾਕਾ ਪੰਜਾਬ ਦੇ ਅੰਦਰ ਕਰਨ ਦੇ ਲਈ ਇਹ ਕੀਤਾ ਕਿ ਸਿੱਖਾਂ ਦੇ ਉੱਤੇ ਇਤਬਾਰ ਹੈ ਨਹੀਂਗਾ ਗਵਰਨਮੈਂਟ ਆਫ ਇੰਡੀਆ ਦਾ ਤੇ ਹਿੰਦੂਤਵਾ ਦਾ। ਇਸ ਕਰਕੇ BSF ਦੀ ਜੂਰਿਸਡਿਕਸ਼ਨ ਪੰਜਾਬ ਦੇ ਵਿੱਚ ਜ਼ਿਆਦਾ ਵਧਾ ਦਿੱਤੀ ਗਈ ਹੈ। ਜਿਵੇਂ ਕਸ਼ਮੀਰ ਦੇ ਵਿੱਚ ਕਰ ਰਹੀ ਹੈ ਸਰਕਾਰ, ਉਸੇ ਤਰ੍ਹਾਂ ਇਹਦੀ ਪਲਾਨ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਪੂਰਾ ਕਬਜ਼ਾ ਕਸ਼ਮੀਰ ਵਰਗਨ ਕਰਕੇ ਇਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਚੰਡੀਗੜ੍ਹ ਤੋਂ ਇਹਦੇ ਤੇ ਰਾਜ ਕਰਨਾ। ਇਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਕੌਣ ਠੀਕ ਕਰੂਗਾ? ਸਟੇਟ ਕਰੂਗੀ, ਸੈਂਟਰ ਕਰੂਗੀ? ਕਿਉਂਕਿ ਇਹੀ ਪੋਲੀਟੀਕਲ ਮੁੱਦਾ ਬਣ ਚੁੱਕਿਆ ਹੈਗਾ, ਕਿਉਂਕਿ ਲੋਕਾਂ ਦੇ ਵਿੱਚ ਵੀ ਡਰ ਹੈ ਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਸਕਦਾ ਹੈਗਾ, ਤਾਂ ਬਾਕੀ ਲੋਕਾਂ ਦੇ ਵਿੱਚ ਡਰ ਹੈ ਵੀ ਕੀ ਸੋਚਦੇ, ਕੀ ਕਰਨਾ ਚਾਹੀਦਾ ਹੈਗਾ। ਇਹਦੇ ਬਾਰੇ ਮੈਂ ਤੁਹਾਨੂੰ ਦਲੀਲ ਦੇ ਨਾਲ ਜਵਾਬ ਦਊਂਗਾ ਕਿ ਤਿਹਾੜ ਜੇਲ੍ਹ ਸਭ ਤੋਂ ਜ਼ਿਆਦਾ ਵੱਡਾ ਸਿਕਿਉਰਿਟੀ ਦਾ ਜੇਲ੍ਹ ਹੈ ਇੰਡੀਆ ਦਾ। ਉਹ ਹੈਗਾ ਗਵਰਨਮੈਂਟ ਆਫ ਇੰਡੀਆ ਦੇ ਥੱਲੇ। ਉੱਥੋਂ ਸਾਰੀ ਇਨਫੋਰਮੇਸ਼ਨ IB ਨੂੰ ਮਿਲੀ ਕਿ ਜਿਹੜੇ ਬਿਸ਼ਨੋਈ ਸਾਹਿਬ ਹੈ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਹੈ ਕਿ ਮੂਸੇਵਾਲ ਸਾਹਿਬ ਨੂੰ ਕਤਲ ਕੀਤਾ ਜਾਵੇ। IB ਨੇ ਫਿਰ ਪੰਜਾਬ ਸਰਕਾਰ ਨੂੰ ਰਿਪੋਰਟ ਦਿੱਤੀ, ਫਿਰ ਦਿੱਲੀ ਪੁਲਿਸ ਨੇ ਅਲੱਗਾ ਪੰਜਾਬ ਨੂੰ ਰਿਪੋਰਟ ਦਿੱਤੀ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈਗਾ, ਪਰ ਪੰਜਾਬ ਸਰਕਾਰ ਨੇ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਘਟਾਤੀ। ਪਰ ਦੂਜੇ ਪਾਸੇ ਇਹ ਹੈ ਕਿ ਜਦੋਂ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈਗਾ, ਤੇ ਅਮਿਤ ਸ਼ਾਹ ਦੇ ਥੱਲੇ ਹੋਮ ਮਿਨਿਸਟਰੀ ਤੇ ਤਿਹਾੜ ਸਾਰੇ ਆਉਂਦੇ ਹੈ, ਤੇ ਜਿਹੜਾ ਹੋਮ ਸੈਕਟਰੀ ਹੈ ਉਹਦਾ ਨਾਂ ਕੀ ਹੈ, ਇਹ ਭੱਲਾ ਸਾਹਿਬ, ਇਹਨਾਂ ਨੇ ਡਾਇਰੈਕਟ ਐਕਸ਼ਨ ਕਿਉਂ ਨਹੀਂ ਲਿਆ ਤੇ ਕਿਉਂ ਨਹੀਂ ਤਾੜਨਾ ਦਿੱਤੀ ਪੰਜਾਬ ਨੂੰ ਕਿ ਇੱਕਦਮ ਤੁਸੀਂ ਮੂਸੇਵਾਲ ਸਾਹਿਬ ਦੀ ਰੱਖਿਆ ਤੇਜ਼ ਕਰ ਦਿਓ। ਇਹ ਇੱਕ ਸੈਂਟਰ ਸਟੇਟਸ ਨੂੰ ਡਾਇਰੈਕਸ਼ਨ ਦੇ ਸਕਦਾ, ਕਿੰਨੀ ਵਾਰੀ ਦਿੱਤੀ ਹੈ, ਪਰ ਐਤਕੀ ਵਾਰੀ ਇਹ ਭੱਲਾ ਸਾਹਿਬ ਤੇ ਅਮਿਤ ਸ਼ਾਹ ਜੀ ਨੇ ਕਿਉਂ ਨਹੀਂ ਕੀਤੀ। ਇਹ ਦੋਨੋਂ ਗੌਰਮੈਂਟਾਂ ਇਸ ਸਾਜ਼ਿਸ਼ ਦੇ ਵਿੱਚ ਫਸੀਆਂ ਹੋਈਆਂ, ਤੇ ਨਾਲ ਹੀ ਜਿਹੜਾ ਸੰਦੀਪ ਸਿੰਘ ਸਿੱਧੂ ਦਾ ਕਤਲ ਹੋਇਆ ਉਹਦੇ ਵਿੱਚ ਵੀ ਸੈਂਟਰ ਦੀ ਮਰਜ਼ੀ ਤੋਂ ਬਗੈਰ ਇਹ ਸਿੱਧੂ ਸਾਹਿਬ ਦਾ ਕਤਲ ਨਹੀਂ ਸੀ ਹੋ ਸਕਦਾ। ਉਹ ਤਾਂ ਕਹਿੰਦੇ ਕੈਨੇਡਾ ਨਾਲ ਤਾਰ ਜੁੜੇ ਹੋਏ ਨੇ ਜੀ, ਮੰਨ ਲਓ ਉੱਥੇ ਬੈਠੇ ਨੇ ਉਹ ਕਰਵਾਉਂਦੇ ਨਾ। ਜੇ ਕੈਨੇਡਾ ਦੇ ਨਾਲ ਤਾਰ ਜੁੜੀ ਹੋਈ ਹੈ, ਇਹਨਾਂ ਨੂੰ ਤਾਂ ਪਤਾ ਹੈਗਾ ਨਾ, ਇਹ ਤਾਂ ਸੁਣਦੇ ਰਹੇ ਹੈ ਨਾ। ਮਤਲਬ ਇਹ ਹੈ ਕਿ ਇਹਨਾਂ ਨੇ ਉਸ ਦਾ ਕਤਲ ਕਿਉਂ ਨਹੀਂ ਸਾਂਭਿਆ, ਮੇਰਾ ਮਤਲਬ ਕਿਉਂ ਨਹੀਂ ਬੰਦ ਕੀਤਾ ਕਿ ਕਤਲ ਨਾ ਹੋਵੇ, ਜਦੋਂ ਇਹਨਾਂ ਦੇ ਕੋਲੇ ਕੈਨੇਡਾ ਦੀ ਵੀ ਇਨਫੋਰਮੇਸ਼ਨ ਸੀਗੀ ਕਿ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ ਹੈ, ਤਾਂ ਫਿਰ ਇਹਨਾਂ ਨੇ ਕਿਉਂ ਨਹੀਂ ਇੱਥੇ ਐਕਸ਼ਨ ਲਿਆ ਕਿ ਮੂਸੇਵਾਲ ਸਾਹਿਬ ਨੂੰ ਅਸੀਂ ਬਚਾ ਦਈਏ।
ਰਾਜਾ ਵੜਿੰਗ ਜਿਸ ਤਰ੍ਹਾਂ ਬਿਆਨ ਦਿੰਦੇ ਨੇ ਜੀ ਤੁਹਾਡੇ ਖਿਲਾਫ ਵੀ ਜਾਂ ਕੋਈ ਚੀਜ਼ ਹੈ ਤੇ ਉਦੋਂ ਮੂਸੇਵਾਲ ਸਾਹਿਬ ਤੁਹਾਡੇ ਨਾਲ ਬਾਅਦ ਦੇ ਵਿੱਚ ਅਟੈਚ ਹੋ ਚੁੱਕੇ ਸੀ, ਪਰ ਰਾਜਾ ਵੜਿੰਗ ਪਾਰਟੀ ਦੇ ਵਿੱਚ ਆਏ ਸੀ, ਕਾਂਗਰਸ ਦੇ ਵਿੱਚ ਆਏ ਸੀ, ਕਿਵੇਂ ਦੇਖਦੇ ਹੋ? ਪਤਾ ਨਹੀਂ ਸਾਡੇ ਪੰਜਾਬ ਦੇ ਵਿੱਚ ਕਦੇ ਮਹਾਰਾਜਾ ਸਾਹਿਬ ਆ ਜਾਂਦੇ ਆ, ਕਦੇ ਰਾਜਾ ਸਾਹਿਬ ਆ ਜਾਂਦੇ ਆ ਯਾਰ। ਮੇਰੇ ਉੱਤੇ ਐਵੇਂ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ ਇਹ। ਹੁਣ ਇਹਨਾਂ ਨੂੰ ਰਾਜਿਆਂ ਨੂੰ ਆਪਾਂ ਕੀ ਕਹਿ ਸਕਦੇ ਆ? ਇੱਧਰ ਜੀ ਸ਼ਾਹੀ ਬੰਦੇ ਹੁੰਦੇ ਆ ਇਹ। ਆ ਪ੍ਰਧਾਨ ਸਾਹਿਬ ਨੂੰ ਇਸ ਫੋਨ ਤੇ ਕਿਹਾ ਸੀ ਬਾਪੂ ਜੀ ਬਾਪੂ ਜੀ। ਹਾਂ ਹਾਂ ਠੀਕ ਹੈ ਸਰ, ਓਕੇ। ਰਾਜੇ ਆ ਇਹ ਬਹਾਦਰ ਸਿੰਘ ਹੈ ਜੀ, ਗੁਰਦੀਪ ਸਿੰਘ ਜੀ, ਫਿਰ ਜਤਿੰਦਰ ਸਿੰਘ ਜਤਿੰਦਰ ਸਿੰਘ ਈਸਰੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।